जुगो जुगा टल धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਆਨੰਦ ਮਾਣ ਰਹੇ ਗੁਰੂ ਰੂਪ ਪਿਆਰੀ ਸਤ ਸੰਗਤ ਜੀਓ। ਆਓ ਮਨ ਬਿਰਤੀਆਂ ਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਵਡਭਾਗੇ ਹਾਂ, ਕਰਮਾਂ ਵਾਲੇ ਹਾਂ ਜਿਨ੍ਹਾਂ ਨੇ ਇਹੋ ਜਿਹੀਆਂ ਸੋਹਣੀਆਂ ਸੁਹਾਵੀਆਂ ਘੜੀਆਂ ਪ੍ਰਾਪਤ ਹੁੰਦੀਆਂ, ਜਿਨ੍ਹਾਂ ਘੜੀਆਂ ਅੰਦਰ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਦੇ ਹਾਂ ਔਰ ਆਪਣੇ ਜੀਵਨ ਦੀ ਸੇਧ ਲੈਂਦੇ ਹਾਂ। ਗੁਰੂ ਪਿਆਰਿਓ, ਇਹ ਜਿਹੜਾ ਸਮਾਂ ਸਾਨੂੰ ਮਿਲਿਆ, ਇਹ ਜਿਹੜਾ ਜੀਵਨ ਸਾਨੂੰ ਮਿਲਿਆ, ਇਹ ਜੀਵਨ ਸਾਨੂੰ ਮਿਲਿਆ ਹੀ ਇਸੇ ਲਈ ਹੈ ਕਿ ਆਪਾਂ ਆਪਣੇ ਆਪ ਦੀ ਪਹਿਚਾਣ ਕਰ ਸਕੀਏ ਔਰ ਆਪਣੇ ਆਪ ਨੂੰ ਉਸ ਅਵਸਥਾ ਤੱਕ, ਉਸ ਰੂਪ ਤੱਕ ਲਿਜਾ ਸਕੀਏ ਜਿਸ ਰੂਪ ਦੇ ਵਿੱਚੋਂ ਆਪਾਂ ਇਹਨਾਂ ਸਰੀਰਾਂ ਵਿੱਚ ਆਏ ਹਾਂ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਦਾਤ ਤਾਂ ਬਣਨੀ ਹੈ ਜਦੋਂ ਸਾਡੀ ਆਤਮਿਕ ਬਿਰਤੀ ਗੁਰੂ ਚਰਨਾਂ ਨਾਲ ਜੁੜ ਗਈ, ਜਦੋਂ ਸਾਡੇ ਅੰਦਰ ਦੀ ਬਿਰਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਗਈ। ਤੇ ਗੁਰੂ ਸਾਹਿਬਾਂ ਦੇ ਚਰਨਾਂ ਦੇ ਨਾਲ ਬਿਰਤੀ ਉਦੋਂ ਜੁੜਨੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਭੁਲਾ ਕੇ, ਜਦੋਂ ਅਸੀਂ ਆਪਣੇ ਆਪ ਨੂੰ ਬਿਲਕੁਲ ਗਵਾ ਕੇ ਤੇ ਗੁਰੂ ਚਰਨਾਂ ਦੇ ਨਾਲ ਜੁੜ ਗਏ। ਜਿਹੜੀ ਆਪਾਂ ਪੰਕਤੀ ਪੜ੍ਹਦੇ ਹਾਂ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਸਤਿਗੁਰ ਅੱਗੇ ਢਹਿ ਪਉ ਸਭ ਕੁਛ ਜਾਣੇ ਜਾਣ। ਕਹਿਣ ਲੱਗੇ ਵੀ ਪ੍ਰਾਣੀ, ਤੂੰ ਸਤਿਗੁਰ ਅੱਗੇ ਢਹਿ ਪਉ। ਢਹਿ ਪਉ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਪ੍ਰਾਣੀ ਦੇ ਕੋਲ ਕੋਈ ਆਪਣੀ ਪਾਵਰ ਨਹੀਂ ਹੁੰਦੀ, ਕੋਈ ਆਪਣੀ ਤਾਕਤ ਨਹੀਂ ਹੁੰਦੀ, ਕੋਈ ਆਪਣੀ ਸੋਚ ਨਹੀਂ ਹੁੰਦੀ, ਉਦੋਂ ਕਿਸੇ ਅੱਗੇ ਢਹਿ ਜਾਂਦਾ ਹੈ, ਉਦੋਂ ਆਤਮ ਸਮਰਪਣ ਕਰ ਲੈਂਦਾ ਹੈ। ਤੇ ਗੁਰੂ ਸਾਹਿਬਾਨ ਕਹਿਣ ਲੱਗੇ ਕਿ ਇਹ ਮਨਾ ਸਤਿਗੁਰ ਅੱਗੇ ਢਹਿ ਪਉ। ਕਹਿੰਦੇ ਤੂੰ ਵੀ ਗੁਰੂ ਚਰਨਾਂ ਦੇ ਵਿੱਚ ਆਤਮ ਸਮਰਪਣ ਕਰ ਦੇ, ਕਿਉਂਕਿ ਗੁਰੂ ਨੂੰ ਸਭ ਕੁਝ ਪਤਾ ਹੈ। ਪਰ ਵਿਚਾਰ ਕਰਨਾ, ਕਹਿਣ ਨੂੰ ਤੇ ਆਪਾਂ ਸਾਰੇ ਕਹਿੰਦੇ ਹਾਂ ਕਿ ਆਤਮ ਸਮਰਪਣ ਕਰ ਦਈਏ, ਪਰ ਹੁੰਦਾ ਨਹੀਂ ਹੈ, ਹੁੰਦਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਨਾਮਦੇਵ ਜੀ ਹੋਏ। ਭਗਤ ਨਾਮਦੇਵ ਜੀ ਸਮਝਾਉਣ ਲੱਗੇ, ਕਹਿਣ ਲੱਗੇ ਵੀ ਦੇਖੋ ਕੋਸ਼ਿਸ਼ ਤੇ ਆਪਾਂ ਸਾਰੇ ਕਰਦੇ ਹਾਂ ਪਰ ਹੁੰਦਾ ਨਹੀਂ ਹੈ। ਕਿਉਂ ਨਹੀਂ ਹੁੰਦਾ, ਉਹਦਾ ਕਾਰਨ ਕੀ ਹੈ? ਤੇ ਭਗਤ ਨਾਮਦੇਵ ਜੀ ਗੁਰਬਾਣੀ ਵਿੱਚ ਦਰਜ ਕਰਨ ਲੱਗੇ, ਕਹਿੰਦੇ ਲੋਭ ਲਹਿਰ ਅਤ ਨਿਜਰ ਬਾਜੈ। ਕਹਿੰਦੇ ਲੋਭ ਲਹਿਰ ਅਤ ਨਿਜਰ ਬਾਜੈ ਕਾਇਆ ਡੂਬੇ ਕੇਸਵਾ। ਵਿਚਾਰ ਕਰਨਾ ਜ਼ਰਾ, ਕੀ ਕਹਿਣ ਲੱਗੇ? ਲੋਭ ਲਹਿਰ ਅਤ ਨਿਜਰ ਬਾਜੈ। ਨਿਜਰ ਕਹਿੰਦੇ ਨਦੀ ਨੂੰ। ਜਿਹੜੀ ਨਦੀ ਪਹਾੜਾਂ ਦੇ ਵਿੱਚ ਵਗਦੀ ਹੈ ਨਾ, ਆਪ ਜੀ ਦੇਖਣਾ ਕਦੀ ਵੀ, ਉਹਨਾਂ ਨਦੀਆਂ ਦੇ ਅੰਦਰ ਠੱਲਾਂ ਬੜੀਆਂ ਵੱਜਦੀਆਂ, ਆਵਾਜ਼ਾਂ ਬੜੀਆਂ ਆਉਂਦੀਆਂ, ਕਿਉਂਕਿ ਪਾਣੀ ਉੱਪਰੋਂ ਡਿੱਗਦਾ। ਜਦੋਂ ਉੱਪਰੋਂ ਡਿੱਗਦਾ ਨਾ, ਬੜੀਆਂ ਆਵਾਜ਼ਾਂ ਆਉਂਦੀਆਂ, ਬੜੀਆਂ ਠੱਲਾਂ ਵੱਜਦੀਆਂ ਨੇ। ਉੱਥੇ ਖੜਾ ਬੰਦਾ ਨਾ ਕਈ ਵਾਰੀ ਪਰੇਸ਼ਾਨ ਹੋ ਜਾਂਦਾ ਵੀ ਯਾਰ ਇੰਨੀ ਆਵਾਜ਼ ਆਉਂਦੀ ਪਾਣੀ ਦੀ। ਇੱਥੇ ਭਗਤ ਨਾਮਦੇਵ ਜੀ ਨੇ ਉਹੀ ਅਵਸਥਾ ਸਮਝਾ ਦਿੱਤੀ। ਕਹਿਣ ਲੱਗੇ ਲੋਭ ਲਹਿਰ ਅਤ ਨਿਜਰ ਬਾਜੈ। ਕਹਿਣ ਲੱਗੇ ਹੇ ਅਕਾਲ ਪੁਰਖ ਪਰਮਾਤਮਾ, ਇਹ ਵਿਚਾਰ ਕਰਿਓ ਵੀ ਜਿਹੜੀ ਮੇਰੀ ਜ਼ਿੰਦਗੀ, ਜਿਹੜਾ ਮੇਰਾ ਜੀਵਨ ਹੈ ਨਾ, ਵੀ ਇੱਕ ਨਹਿਰ ਹੀ ਹੈ, ਨਦੀ ਦੀ ਨਹੀਂ ਆਈ ਹੈ। ਪਰ ਇਹਦੇ ਅੰਦਰ ਜਿਹੜੀਆਂ ਪਾਣੀ ਡਿੱਗਦਾ ਹੈ, ਕਿਹੜਾ ਪਾਣੀ ਡਿੱਗਦਾ? ਧਿਆਨ ਦਿਓ। ਕਹਿੰਦੇ ਲੋਭ ਲਹਿਰ, ਕਹਿੰਦੇ ਮੇਰੇ ਅੰਦਰ ਜਿਹੜਾ ਲੋਭ ਹੈ ਨਾ ਸੰਸਾਰ ਦਾ, ਕਹਿੰਦੇ ਉਸ ਪਾਣੀ ਵਾਂਗੂ ਡਿੱਗਦਾ। ਜਿਹੜਾ ਪਹਾੜ ਦੇ ਵਿੱਚ ਪਾਣੀ ਡਿੱਗਦਾ ਤੇ ਠੱਲਾਂ ਦੀ ਆਵਾਜ਼ ਕਿੰਨੀ ਆਉਂਦੀ ਹੈ, ਕਹਿੰਦੇ ਇੱਦਾਂ ਹੀ ਮੇਰੇ ਅੰਦਰ ਇਹਨਾਂ ਲੋਭ ਦੀਆਂ ਲਹਿਰਾਂ ਦੀ ਆਵਾਜ਼ ਬੜੀ ਆਉਂਦੀ ਹੈ। ਦੇਖੋ ਕਿੱਡੀ ਪਿਆਰ ਵਾਲੀ ਗੱਲ ਕਹੀ ਉਹਨਾਂ ਨੇ, ਠੀਕ ਹੈ। ਕਹਿੰਦੇ ਉਹ ਲਹਿਰਾਂ ਦੀ ਆਵਾਜ਼ ਬੜੀ ਆਉਂਦੀ ਹੈ। ਕਹਿੰਦੇ ਉਹਦੀ ਆਵਾਜ਼ ਆਉਣ ਕਰਕੇ ਨਾ, ਦੇਖੋ ਤੁਸੀਂ ਕਦੀ ਪਹਾੜੀ ਏਰੀਏ 'ਚ ਕਿਤੇ ਗਏ ਹੋਵੋ ਤੇ ਜਦੋਂ ਪਾਣੀ ਝਰਨਾ ਡਿੱਗਦਾ ਨਾ ਉੱਥੇ, ਤੇ ਉੱਥੇ ਬੰਦਾ ਲਾਗੇ ਖੜਾ, ਆਵਾਜ਼ ਬੜੀ ਆਉਂਦੀ ਹੈ ਨਾ, ਤੇ ਉਹਨੂੰ ਕੁਝ ਸੁਣਦਾ ਨਹੀਂ ਹੈ, ਬੜਾ ਪਰੇਸ਼ਾਨ ਜਿਹਾ ਹੁੰਦਾ ਵੀ ਯਾਰ ਇੰਨੀ ਆਵਾਜ਼ ਇੱਥੇ ਛਾਂ ਛਾਂ ਦੀ ਆਉਂਦੀ, ਕੁਝ ਲਾਗੇ ਸੁਣਦਾ ਹੀ ਨਹੀਂ। ਤੇ ਭਗਤ ਨਾਮਦੇਵ ਜੀ ਕਹਿੰਦੇ ਇਸ ਜੀਵਨ ਦੇ ਅੰਦਰ
ਜਿਹੜਾ ਜੀਵਨ ਹੈ ਨਹਿਰ ਦੀ ਨਿਆਈ, ਨਦੀ ਦੀ ਨਿਆਈ ਹੈ। ਕਹਿੰਦੇ ਇਹਦੇ ਅੰਦਰ ਲੋਭ ਦੀਆਂ ਲਹਿਰਾਂ ਇੰਨੀਆਂ ਕੁ ਚੱਲਣ ਡੀਆਂ ਨੇ ਕਿ ਬੰਦਾ ਚਾਹਵੇ ਵੀ ਨਾ ਤੇ ਉਹਨੂੰ ਗੁਰੂ ਦਾ ਸ਼ਬਦ ਸੁਣਦਾ ਨਹੀਂ, ਉਹਨੂੰ ਗੁਰੂ ਦੀ ਗੱਲ ਸੁਣਦੀ ਨਹੀਂ ਹੈ। ਬਹਿੰਦਾ ਤਾਂ ਆਪਾਂ ਸਾਰੇ ਬਹਿੰਦੇ, ਗੁਰੂ ਘਰ ਤਾਂ ਆਪਾਂ ਜਾਂਦੇ, ਐਡੀ ਗੱਲ ਤੇ ਨਹੀਂ ਜਾਂਦੇ ਨਹੀਂ, ਬਾਣੀ ਪੜ੍ਹਦੇ ਆਪਾਂ, ਗੁਰੂ ਘਰ ਜਾਂਦੇ ਹਾਂ। ਪਰ ਫਿਰ ਤੁਸੀਂ ਦੇਖੋ ਤਜਰਬਾ ਕਰਕੇ ਕਈ ਸਾਲਾਂ ਬਾਅਦ ਨਾ ਸਾਨੂੰ ਕਹਿਣਾ ਪੈਂਦਾ ਵੀ ਯਾਰ ਇੰਨਾ ਪਾਠ ਕੀਤੇ ਆ, ਇੰਨੀ ਗੁਰਬਾਣੀ ਸਰਵਣ ਕੀਤੀ ਆ, ਆਹ ਪੰਕਤੀ ਕਿੱਥੋਂ ਆ ਗਈ, ਆਹ ਗੱਲ ਕਿੱਥੋਂ ਆ ਗਈ। ਠੀਕ ਹੈ, ਕਿਹੜੀ ਗੱਲੋਂ? ਕਿਉਂਕਿ ਗੁਰਬਾਣੀ ਵੀ ਤਾਂ ਪੰਕਤੀ ਲਿਖੀ ਹੈ, ਪਰ ਜਿਸ ਵੇਲੇ ਆਪਾਂ ਬੈਠੇ ਸਾਂ, ਸਰਵਣ ਕਰਨ ਰਹੇ ਸਾਂ, ਉਸ ਵੇਲੇ ਸਾਡੇ ਅੰਦਰ ਲੋਭ ਦੀਆਂ ਲਹਿਰਾਂ ਚੱਲਣ ਡੀਆਂ ਸੀ, ਉਹਨਾਂ ਦੀ ਆਵਾਜ਼ ਬੜੀ ਸੀ, ਸਾਨੂੰ ਸੁਣਿਆ ਹੀ ਕੁਝ ਨਹੀਂ। ਉਹ ਕਹਿਣ ਲੱਗੇ, ਫਿਰ ਕੀ ਕਹਿਣ ਲੱਗੇ? ਕਹਿੰਦੇ ਕਾਇਆ ਡੂਬੇ ਕੇਸ ਵਾਹ। ਹੁਣ ਕਾਇਆ ਡੁੱਬੇ ਦਾ ਕੀ ਮਤਲਬ ਹੈ? ਕਾਇਆ ਤਾਂ ਸਰੀਰ ਨੂੰ ਕਹਿੰਦੇ। ਹੁਣ ਜੇ ਆਪਾਂ ਕਹੀਏ ਵੀ ਮੇਰਾ ਨਹਿਰ ਵਿੱਚ ਸਰੀਰ ਡੁੱਬ ਗਿਆ, ਹੁਣ ਡੁੱਬ ਗਿਆ ਲਫ਼ਜ਼ ਤੇ ਹੁੰਦਾ ਵੀ ਖਤਮ ਹੋ ਗਿਆ ਬੰਦਾ। ਸੋ ਵਿਚਾਰ ਕਰਨਾ, ਕਹਿੰਦੇ ਕਾਇਆ ਡੂਬੇ ਕੇਸਵਾ। ਕੇਸਵਾ ਕਹਿੰਦੇ ਨੇ ਪਰਮਾਤਮਾ ਨੂੰ। ਭਗਤ ਨਾਮਦੇਵ ਜੀ ਕਹਿਣ ਲੱਗੇ ਹੁੰਦੇ ਹੈ ਅਕਾਲ ਪੁਰਖ ਪਰਮਾਤਮਾ, ਇਹ ਜਿਹੜੀ ਨਹਿਰ ਵਗਣ ਰਹੀ ਹੈ ਨਾ, ਜੀਵਨ ਦੀ ਨਦੀ ਵਗਣ ਰਹੀ ਹੈ, ਇਹਦੇ ਵਿੱਚ ਠੱਲਾਂ ਬੜੀਆਂ ਉੱਠਦੀਆਂ ਪਈਆਂ ਮੇਰੇ ਅੰਦਰ ਲੋਭ ਦੀਆਂ। ਤੇ ਕਹਿੰਦੇ ਹੋ ਪਤਾ ਕੀ ਦਿਆ? ਕਾਇਆ ਡੂਬੇ। ਕਾਇਆ ਦਾ ਭਾਵ ਸਰੀਰ, ਸਰੀਰ ਦਾ ਭਾਵ ਗਿਆਨ ਅੰਦਰ। ਕਹਿੰਦੇ ਇਹਨਾਂ ਲਹਿਰਾਂ ਦੇ ਵਿੱਚ ਨਾ, ਇਸ ਪਾਣੀ ਦੇ ਵਿੱਚ ਜਿਹੜੇ ਮੇਰੇ ਗਿਆਨ ਅੰਦਰ ਆ ਨਾ, ਉਹ ਡੁੱਬਦੇ ਜਾਣ ਰਹੇ। ਗਿਆਨ ਅੰਦਰ ਡੁੱਬਦੇ ਜਾਣ ਰਹੇ। ਪੁੱਛਿਆ ਵੀ ਕਿੱਦਾਂ ਡੁੱਬਦੇ ਜਾਣ ਰਹੇ? ਤੇ ਭਗਤ ਨਾਮਦੇਵ ਜੀ ਸਮਝਾਉਣ ਲੱਗੇ, ਕਹਿੰਦੇ ਪਤਾ ਕਿੱਦਾਂ ਡੁੱਬਦੇ ਜਾਣ ਰਹੇ? ਲੋਭ ਇੱਕ ਲਫ਼ਜ਼ ਇਹੋ ਜਿਹਾ, ਲੋਭ ਇੱਕ ਲਫ਼ਜ਼ ਇਹੋ ਜਿਹਾ ਕਿ ਜ਼ਿੰਦਗੀ 'ਚ ਵਿਚਾਰ ਕਰਨਾ, ਜੇ ਮਨ ਵਿੱਚ ਲੋਭ ਪੈਦਾ ਹੋ ਜਾਏ ਨਾ, ਤੇ ਅੱਖਾਂ ਵੀ ਲੋਭੀ ਹੋ ਜਾਂਦੀਆਂ, ਅੱਖਾਂ ਵੀ ਲੋਭੀ ਹੋ ਜਾਂਦੀਆਂ। ਕਿਵੇਂ? ਸਾਰੀ ਪ੍ਰਕਿਰਿਆ ਜਿਹੜੀ ਆ ਸਾਡੇ ਅੰਦਰੋਂ ਮਨ ਤੋਂ ਸ਼ੁਰੂ ਹੁੰਦੀ ਹੈ। ਠੀਕ ਹੈ, ਜਦੋਂ ਮਨ ਲਾਲਚੀ ਹੋ ਜਾਂਦਾ, ਮਨ ਲੋਭੀ ਹੋ ਜਾਂਦਾ, ਲੋਭੀ ਹੋਣ ਕਰਕੇ ਨਾ ਸਾਡੀਆਂ ਅੱਖਾਂ ਜਦੋਂ ਕੁਛ ਚੀਜ਼ ਨੂੰ ਵੇਖਦੀਆਂ ਨਾ, ਤੇ ਇਸੇ ਬੇਸ 'ਤੇ ਵੇਖਦੀਆਂ ਵੀ ਕਿਤੇ ਮੇਰੀ ਹੋ ਜਾਏ, ਤਬਦੀਲੀ ਹੋ ਗਈ। ਠੀਕ ਹੈ, ਫਿਰ ਸਾਡੇ ਗਿਆਨ ਅੰਦਰ ਆ। ਠੀਕ ਹੈ, ਸਾਡੇ ਕੰਨ ਆ, ਇਹ ਸਰਵਣ ਕਰਦੇ ਕੁਛ, ਪਰ ਵਿਚਾਰ ਕਰਨਾ ਇਹ ਕੀ ਸਰਵਣ ਕਰਨਾ ਚਾਹੁੰਦੇ ਆ? ਵੀ ਕੋਈ ਸਾਨੂੰ ਇਹੋ ਜਿਹੀ ਗੱਲ ਕਵੇ ਵੀ ਤੈਨੂੰ ਫਲਾਣੀ ਥਾਂ ਤੋਂ ਫਲਾਣੀ ਚੀਜ਼ ਮਿਲ ਸਕਦੀ, ਜਾਂ ਚੁੱਕ ਲਿਆ। ਲੋਭੀ। ਸਾਡਾ ਨੱਕ ਕੀ ਸੋਚਦਾ ਵੀ ਸਾਨੂੰ ਕਵੇ ਨਾ ਵੀ ਫਲਾਣੀ ਥਾਂ ਤੇ ਬੜੀ ਵਧੀਆ ਚੀਜ਼ ਮਿਲ ਰਹੀ ਹੈ, ਠੀਕ ਹੈ, ਉਹਦੀ ਖੁਸ਼ਬੂ ਬੜੀ ਵਧੀਆ, ਬੜੀ ਵਧੀਆ, ਆਪਾਂ ਭੱਜ ਕੇ ਜਾਂਦੇ। ਸਾਡੀ ਜ਼ੁਬਾਨ ਕੀ ਕਰਦੀ? ਫਲਾਣੀ ਥਾਂ ਤੇ ਚੀਜ਼ ਬੜੀ ਸਵਾਦ ਮਿਲ ਰਹੀ ਹੈ, ਲਾਲਚ ਹੋ ਗਿਆ। ਸਾਡੀ ਚਮੜੀ, ਇਹ ਵੀ ਗਿਆਨ ਅੰਦਰ ਹੈ। ਇਹ ਕਿਹਨੂੰ ਸਪਰਸ਼ ਕਰਨਾ ਚਾਹੁੰਦੀ ਹੈ? ਧਿਆਨ ਦਿਓ, ਸਾਡੇ ਹੱਥ ਨੇ, ਸਾਡੀ ਚਮੜੀ ਹੈ। ਸਾਡੇ ਮਨ ਵਿੱਚ ਆ ਜਾਏ ਨਾ ਵੀ ਉਹ ਫਲਾਣੀ ਚੀਜ਼ ਪਈ ਹੈ, ਚੁੱਕ ਲਈਏ, ਆਪਣੇ ਕਿਤੇ ਕੰਮ ਆਊ ਤੇ ਆਪਣਾ ਸਰੀਰ ਚੁੱਕਣ ਨੂੰ ਤਿਆਰ ਹੋ ਜਾਂਦਾ ਉਸੇ ਵੇਲੇ। ਕਿਉਂ? ਇਹਦੀ ਬਿਰਤੀ ਹੈ। ਤੁਸੀਂ ਦੇਖਿਓ, ਜਿੰਨਾ ਚਿਰ ਮਨ ਜਿਹੜਾ ਹੈ ਇਹਨਾਂ ਹੱਥਾਂ ਨੂੰ ਹੁਕਮ ਨਾ ਲਾਵੇ ਨਾ, ਹੱਥ ਕੋਈ ਚੀਜ਼ ਨਹੀਂ ਚੁੱਕਦੇ। ਮਨ ਹੁਕਮ ਲਾਉਂਦਾ, ਮਨ ਕਹਿੰਦਾ ਚੁੱਕ ਲਾ, ਚੁੱਕ ਲੈਂਦਾ। ਠੀਕ ਹੈ, ਕਈ ਵਾਰੀ ਆਪ ਜੀ ਨੇ ਦੇਖਣਾ, ਕੋਈ ਚੀਜ਼ ਪਈ ਹੁੰਦੀ ਹੈ, ਸਾਡੇ ਕੰਮ ਦੀ ਨਹੀਂ ਹੈ, ਸਾਡੇ ਕੰਮ ਦੀ, ਲੋਹੇ ਦਾ ਟੁਕੜਾ ਪਿਆ, ਕੋਈ ਟੁੱਟੀ ਜੁੱਤੀ ਪਈ ਹੈ, ਸਾਡੇ ਕੰਮ ਦੀ ਨਹੀਂ। ਦੇਖੀ ਆਪਾਂ, ਮਨ ਤੱਕ ਆਵਾਜ਼ ਪਹੁੰਚੀ। ਠੀਕ ਹੈ, ਕੀ ਕਹਿੰਦਾ? ਮਨ ਪਈ ਰਹਿੰਦੇ, ਆਪਾਂ ਕਰਨੀ, ਚੁੱਕਦਾ ਨਹੀਂ। ਪਰ ਕੋਈ ਚੀਜ਼ ਸੋਨੇ ਦੀ ਡਿੱਗੀ ਹੁੰਦੀ ਹੈ, ਅੱਖਾਂ ਨਾਲ ਦੇਖਦੇ ਹਾਂ, ਮਨ ਤੱਕ ਉਹਦਾ ਸਵਾਦ ਪਹੁੰਚਦਾ, ਮਨ ਤੱਕ ਚੀਜ਼ ਪਹੁੰਚਦੀ ਹੈ, ਤੇ ਮਨ ਕੀ ਕਹਿੰਦਾ? ਕਹਿੰਦਾ ਕਮਲਾ ਵੇਲਾ ਵੇਖਣ ਡਿਆ, ਕੋਈ ਹੋਰ ਚੁੱਕ ਲੂ ਆ ਕੇ, ਛੇਤੀ ਕਰ, ਚੁੱਕ ਇਹਨੂੰ। ਇਹਦਾ ਮਤਲਬ ਮਨ ਜਿਹੜਾ ਹੈ ਉਹ ਸਾਡੇ ਅੰਗਾਂ ਨੂੰ ਕੰਟਰੋਲ ਕਰਦਾ ਹੈ, ਸਾਡੇ ਗਿਆਨ ਇੰਦਰੀਆਂ ਨੂੰ ਕੰਟਰੋਲ ਕਰਦਾ ਹੈ। ਤੇ ਇੱਥੇ ਫਿਰ ਉਹ ਕਹਿਣ ਲੱਗੇ, ਕਹਿੰਦੇ ਕਾਇਆ ਡੂਬੇ ਕੇਸਵਾ। ਭਗਤ ਨਾਮਦੇਵ ਜੀ ਕਹਿੰਦੇ ਹੈ ਅਕਾਲ ਪੁਰਖ ਪਰਮਾਤਮਾ ਕਿਰਪਾ ਕਰੋ, ਆਹ ਜਿਹੜੀ ਲਹਿਰ ਵਗਦੀ ਪਈ ਹੈ, ਕਹਿੰਦਾ ਆਪਾਂ ਮੇਰੇ ਅੰਦਰ ਲੋਭ ਦੀ ਲਹਿਰ ਵਗਦੀ ਪਈ ਹੈ, ਤੇ ਜਿਹੜਾ ਮੇਰੀ ਜ਼ਿੰਦਗੀ ਦਾ ਨਦੀ ਵਗਣ ਰਹੀ ਹੈ, ਦਰਿਆ ਵਗਣ ਰਿਹਾ, ਉਹਦੇ ਵਿੱਚ ਨਾ ਠੱਲਾਂ ਬੜੀਆਂ ਨੇ, ਆਵਾਜ਼ਾਂ ਬੜੀਆਂ ਨੇ, ਤੇ ਜਿਹਦੇ ਕਰਕੇ ਮੇਰੇ ਗਿਆਨ ਇੰਦਰੇ ਨਾ ਉਹਦੇ 'ਚ ਡੁੱਬੇ ਆ। ਕਹਿੰਦਾ ਭਾਵ ਡੁੱਬੇ ਦਾ ਭਾਵ ਖੁੱਬੇ ਆ, ਉੱਥੇ ਚੱਕਰ 'ਚ ਹੀ ਲੱਗੇ ਹੋਏ ਆ, ਉੱਥੇ ਕਿ ਜਿਹੀ ਫਸੇ ਹੋਏ ਆ। ਕਹਿੰਦੇ ਮੈਂ ਬੜਾ ਤੰਗ ਆ, ਮੈਨੂੰ ਬੜੀ ਪਰੇਸ਼ਾਨੀ ਹੈ। ਠੀਕ ਹੈ, ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਸੰਸਾਰ ਸਮੁੰਦੇ ਤਾਰ ਗੋਬਿੰਦੇ।
ਇਸ ਜਿਹੜਾ ਸਾਰਾ ਸੰਸਾਰ ਆ ਇਹ ਸਮੁੰਦਰ ਹੈ, ਭਵ ਸਾਗਰ ਆ, ਇਹ ਚੋਂ ਲੰਘਣਾ ਬੜਾ ਔਖਾ ਹੈ। ਦੇਖੋ ਆਪਾਂ ਗੱਲਾਂ ਤੇ ਕਰਦੇ ਹਾਂ ਨਾ, ਠੀਕ ਹੈ, ਅਸਲ ਦੇ ਵਿੱਚ ਜਿਹੜਾ ਭਵ ਸਾਗਰ ਆ, ਸਰਿਆ ਜਿਹੜਾ ਸੰਸਾਰ ਹੈ ਨਾ, ਅਸਲੀ ਦਰਿਆ ਇਹ ਹੈ। ਉਹਦਾ ਦਰਿਆ ਪਾਣੀ ਵਾਲਾ ਨਾ, ਉਹ ਤੇ ਬੰਦਾ ਕੋਈ ਨਾ ਕੋਈ ਜੁਗਾੜ ਪਾਣੀ ਲਾ ਕੇ ਲੰਘ ਜਾਂਦਾ। ਕੋਈ ਕਿਸ਼ਤੀ ਲੰਘਣ ਰਹੀ ਹੈ, ਕੋਈ ਸਮੁੰਦਰੀ ਜਹਾਜ਼ ਲੰਘਣ ਰਿਹਾ, ਕੋਈ ਹਵਾਈ ਜਹਾਜ਼ ਤੋਂ ਟੱਪ ਕੇ ਆਪਾਂ ਲੰਘ ਜਾਂਦੇ ਹਾਂ। ਬੜੇ ਖੁਸ਼ ਹੁੰਦੇ, ਦੂਜੇ ਦੇਸ਼ ਆਪਾਂ ਆ ਗਏ, ਜਹਾਜ਼ 'ਚ ਬੈਠੇ, ਟਿਕਟ ਲਈ, ਦੂਜੇ ਦੇਸ਼ ਪਹੁੰਚ ਗਏ। ਜਦੋਂ ਦੂਜੇ ਦੇਸ਼ ਪਹੁੰਚੇ ਬੜਾ ਆਨੰਦ ਮਾਣਿਆ ਵੀ ਮੈਂ ਤਾਂ ਅਮਰੀਕਾ ਜਾ ਕੇ ਆਇਆ, ਮੈਂ ਕੈਨੇਡਾ ਜਾ ਕੇ ਆਇਆ, ਮੈਂ ਇੰਗਲੈਂਡ ਜਾ ਕੇ ਆਇਆ। ਪਰ ਇੱਕ ਗੱਲ ਪੱਲੇ ਬੰਨਿਓ, ਜਾ ਕੇ ਤੁਸੀਂ ਜਿੱਥੇ ਮਰਜ਼ੀ ਆਏ ਹੋ, ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਰਹੇ ਸੰਸਾਰ 'ਚ ਹੀ, ਰਹੇ ਧਰਤੀ 'ਤੇ ਹੀ, ਠੀਕ ਹੈ। ਭਵ ਸਾਗਰ ਪਾਰ ਨਹੀਂ ਕੀਤਾ, ਇੱਕ ਐਸਾ ਸਾਗਰ ਪਾਰ ਕੀਤਾ, ਇੱਕ ਐਸਾ ਦਰਿਆ ਪਾਰ ਕੀਤਾ, ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਜਿਹੜਾ ਤੁਸੀਂ ਪਾਰ ਕਰ ਰਹੇ ਹੋ, ਠੀਕ ਹੈ ਬਈ। ਪਰ ਦੇਖੋ ਘੁੰਮ ਕੇ ਫਿਰ ਵਾਪਸ ਆ ਗਏ। ਪਰ ਇਹ ਜਿਹੜਾ ਭਵ ਸਾਗਰ ਹੈ ਨਾ, ਇਹ 'ਚੋਂ ਲੰਘਣਾ ਔਖਾ ਹੈ। ਔਰ ਇਸ ਭਵ ਸਾਗਰ ਦੇ ਵਿੱਚੋਂ ਕੇਵਲ ਤਾਂ ਕੇਵਲ ਲੰਘ ਸਕਦਾ ਹੈ ਤੇ ਗੁਰੂ ਦਾ ਸ਼ਬਦ ਲੰਘ ਸਕਦਾ ਹੈ, ਹੋਰ ਕੋਈ ਚੀਜ਼ ਨਹੀਂ ਲੰਘ ਸਕਦੀ, ਠੀਕ ਹੈ। ਉਹਨਾਂ ਨੇ ਤਾਂ ਕਿਹਾ, ਕਹਿੰਦੇ ਸੰਸਾਰ ਸਮੁੰਦੇ ਤਾਰ ਗੋਬਿੰਦੇ, ਕਹਿੰਦੇ ਹੇ ਪਰਮਾਤਮਾ ਸਾਰਾ ਸੰਸਾਰ ਇੱਕ ਸਮੁੰਦਰ ਆ ਔਰ ਮੈਂ ਇਹਦੇ 'ਚ ਫਸਿਆ ਹੋਇਆ। ਕੌਣ ਫਸਿਆ? ਸਰੀਰ ਦੀ ਗੱਲ ਨਹੀਂ ਕੀਤੀ, ਮਨ ਦੀ ਗੱਲ ਕੀਤੀ ਹੈ, ਠੀਕ ਹੈ। ਹੁਣ ਦੇਖਿਆ ਜਾਵੇ 84 ਲੱਖ ਜੂਨ ਹੈ, 84 ਲੱਖ ਜੂਨ ਹੈ। ਹੁਣ 84 ਲੱਖ ਜੂਨ ਦੇ ਵਿੱਚੋਂ ਮਨ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਤੁਰਿਆ ਫਿਰਨ ਰਿਹਾ ਸੀ, ਪਰ ਫਸਿਆ ਤਾਂ ਉੱਥੇ ਹੀ ਹੈ ਨਾ। ਭਾਵੇਂ ਆਪਾਂ ਇੱਕ ਸਰੀਰ ਛੱਡਿਆ ਤੇ ਦੂਜਾ ਲੈ ਲਿਆ, ਸਰੀਰ ਜਿੰਨੇ ਮਰਜ਼ੀ ਬਦਲੇ, ਪਰ ਰਹੇ ਆਪਾਂ ਸੰਸਾਰ 'ਚ ਹੀ, ਰਹੇ ਆਪਾਂ ਉੱਥੇ ਦੇ ਉੱਥੇ ਹੀ। ਜਿਵੇਂ ਕਬੀਰ ਸਾਹਿਬਾਨ ਨੇ ਕਿਹਾ, ਐਸੇ ਘਰ ਹਮ ਬਹੁਤ ਵਸਾਏ, ਕਹਿੰਦੇ ਇਹੋ ਜਿਹੇ ਘਰ ਮੈਂ ਪਹਿਲਾਂ ਵੀ ਬੜੇ ਵਸਾਏ, ਪਰ ਮੈਂ ਰਿਹਾ ਉੱਥੇ ਦਾ ਉੱਥੇ ਹੀ, ਮੈਂ ਪਾਰ ਨਹੀਂ ਲੰਘਿਆ, ਠੀਕ ਹੈ। ਭਾਵੇਂ ਤੁਸੀਂ ਕਿਸੇ ਵੀ ਦੇਸ਼ ਵਿੱਚ ਜਨਮ ਲੈ ਲਿਓ, ਕੋਈ ਵੱਡੀ ਗੱਲ ਨਹੀਂ ਹੈਗੀ। ਤੇ ਗੁਰੂ ਸਾਹਿਬਾਨ ਸਮਝਾਉਣ ਲੱਗੇ, ਕਹਿੰਦੇ ਤਾਰ ਲੈ ਬਾਪ ਬੀਠਲਾ, ਕਹਿੰਦੇ ਹੇ ਪ੍ਰਮਾਤਮਾ, ਹੇ ਮੇਰੇ ਬਾਪ, ਹੇ ਮੇਰੇ ਪਿਤਾ ਜੀ, ਵੀ ਮੈਨੂੰ ਇਸ ਭਵ ਸਾਗਰ ਦੇ ਵਿੱਚੋਂ ਆਪ ਹੀ ਤਾਰ ਲਓ। ਇਹਦਾ ਮਤਲਬ ਇੱਥੇ ਇਸ਼ਾਰਾ ਹੈ ਕਿ ਇਸ ਭਵ ਸਾਗਰ 'ਚੋਂ ਤਰਨ ਲਈ ਵੀ ਸਾਨੂੰ ਸਹਾਰਾ ਪਰਮਾਤਮਾ ਦਾ ਹੀ ਲੈਣਾ ਚਾਹੀਦਾ, ਲੈਣਾ ਪਏਗਾ। ਕੋਈ ਸੰਸਾਰੀ ਸਹਾਰਾ ਸਾਨੂੰ ਪਾਰ ਨਹੀਂ ਲੰਘਾ ਸਕਦਾ। ਜੇ ਅਸੀਂ ਕਿਤੇ ਸੋਚ ਲਈਏ ਨਾ ਵੀ ਕੋਈ ਸੰਸਾਰੀ ਤਾਕਤ ਜਾਂ ਸੰਸਾਰੀ ਸਹਾਰਾ ਸਾਨੂੰ ਪਾਰ ਲੰਘਾ ਦੇਗਾ, ਕਹਿੰਦੇ ਨਹੀਂ, ਇੱਥੇ ਵੀ ਤੁਹਾਨੂੰ ਓਟ ਆਸਰਾ ਪਰਮਾਤਮਾ ਦਾ ਹੀ ਲੈਣਾ ਪਏਗਾ। ਬਿਨਾਂ ਪਰਮਾਤਮਾ ਦੇ ਓਟ ਆਸਰੇ ਦੇ ਸਾਨੂੰ ਕੋਈ ਇਸ ਭਵ ਸਾਗਰ 'ਚੋਂ ਪਾਰ ਨਹੀਂ ਲੰਘਾ ਸਕਦਾ। ਦੇਖੋ ਆਪਾਂ ਬੜੀ ਕੋਸ਼ਿਸ਼ ਕਰਦੇ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੀਆਂ ਆਪਾਂ ਜੱਦੋਜਹਿਦ ਕਰਦੇ ਹਾਂ, ਪਰ ਜਦੋਂ ਆਪਣੇ ਗੁਰੂ ਘਰ ਜਾਣ ਦੀ ਗੱਲ ਆਉਂਦੀ ਹੈ ਨਾ, ਉਦੋਂ ਸਾਡੀ ਮਨ ਬਿਰਤੀ ਪਿੱਛੇ ਹਟ ਜਾਂਦੀ ਹੈ। ਕਿਉਂ? ਕਿਉਂਕਿ ਸਾਡੇ ਮਨ ਵਿੱਚ ਆਉਂਦਾ ਵੀ ਮੈਂ ਮਿਹਨਤ ਕਰਨੀ ਹੈ, ਮੈਂ ਫਲਾਣਾ ਕੰਮ ਕਰਨਾ, ਮੈਂ ਟਮਕਾਣਾ ਕੰਮ ਕਰਨਾ, ਮੈਂ ਤਰੱਕੀ ਕਰਨੀ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਰੀਰ ਦੀ ਤਰੱਕੀ ਕੀਤੀ, ਸਰੀਰ ਦੇ ਜ਼ਰੀਏ ਕੋਈ ਚੀਜ਼ ਖਰੀਦ ਲਈ ਜਾਂ ਕੋਈ ਚੀਜ਼ ਇਕੱਠੀ ਕਰ ਵੀ ਲਈ, ਇੱਥੇ ਰਹਿ ਜਾਣੀ ਹੈ। ਪਰ ਅਸਲੀ ਚੀਜ਼ ਕਿਤੇ ਇਕੱਠੀ ਕਰ ਲਈ, ਕਿਤੇ ਨਾਮ ਦਾ ਧਨ ਇਕੱਠਾ ਕਰ ਲਿਆ, ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬਾਨ ਕਹਿੰਦੇ ਹਰ ਜਸ ਰੇ ਮਨ ਗਾਇਲ ਹੈ ਜੋ ਸੰਗੀ ਹੈ ਤੇਰੂ, ਕਹਿੰਦੇ ਪਰਮਾਤਮਾ ਦਾ ਜਸ ਗਿਆਨ ਕਰ, ਨਾਮ ਸਿਮਰਨ ਕਰ, ਭਗਤੀ ਕਰ, ਜਿਹੜੇ ਤੇਰਾ ਸੰਗੀ ਹੈ, ਤੇਰੇ ਨਾਲ ਜਾਣਾ। ਹੋਰ ਕੋਈ ਚੀਜ਼ ਸਾਡੇ ਨਾਲ ਜਾਣ ਵਾਲੀ ਨਹੀਂ, ਇੱਥੋਂ ਇਕੱਲੀ ਨਾਮ ਦਾ ਧਨ ਜਾਣ ਵਾਲਾ, ਸਿਮਰਨ ਜਾਣ ਵਾਲਾ। ਤੇ ਜੇ ਅਸੀਂ ਸਿਮਰਨ ਨਹੀਂ ਕੀਤਾ, ਨਾਮ ਦਾ ਧਨ ਇਕੱਠਾ ਨਹੀਂ ਕੀਤਾ, ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸਭ ਕੁਝ ਜੋ ਅਸੀਂ ਧਨ ਇਕੱਠਾ ਕੀਤਾ ਨਾ, ਇੱਥੇ ਰਹਿ ਜਾਣਾ। ਔਰ ਇਸ ਧਨ ਦਾ ਕੋਈ ਮੁੱਲ ਨਹੀਂ। ਇਹ ਜਿਹੜਾ ਧਨ ਅਸੀਂ ਇਕੱਠਾ ਕੀਤਾ, ਕੱਲ੍ਹ ਨੂੰ ਦੂਜੇ ਕੋਲ ਆ ਜਾਣਾ, ਸਾਡੇ ਕੋਲ ਕੁਛ ਨਹੀਂ ਰਹਿਣਾ। ਸਾਡੇ ਨਾਲ ਜਾਣ ਵਾਲੀ ਚੀਜ਼ ਕੇਵਲ ਤਾਂ ਕੇਵਲ ਨਾਮ ਸਿਮਰਨ ਹੈ, ਸ਼ਬਦ ਹੈ, ਠੀਕ ਹੈ। ਉਹ ਅਸੀਂ ਇਕੱਠਾ ਨਹੀਂ ਕਰਦੇ, ਉਸ ਪਾਸੇ ਅਸੀਂ ਜਾਂਦੇ ਨਹੀਂ, ਕਿਉਂਕਿ ਸਾਡੀ ਬਿਰਤੀ ਨਹੀਂ ਬਣਦੀ ਉਸ ਪਾਸੇ ਦੀ। ਤਾਂ ਸਾਨੂੰ ਗੁਰੂ ਸਾਹਿਬਾਨ ਸਮਝਾਉਣ ਲੱਗੇ, ਕਹਿਣ ਲੱਗੇ ਵੀ ਆਪਣੀ ਮਨ ਬਿਰਤੀ ਇੱਦਾਂ ਦੀ ਬਣਾਓ ਕਿ ਆਪਣੇ ਅੰਦਰ ਇੱਕ ਚਾਹ ਪੈਦਾ ਕਰੋ। ਕੈਸਾ? ਕਿ ਹੇ ਪਰਮਾਤਮਾ, ਵੀ ਇਸ ਭਵ ਸਾਗਰ ਦੇ ਵਿੱਚੋਂ ਲੰਘਣਾ ਬੜਾ ਔਖਾ ਹੈ, ਪਰ ਤੁਸੀਂ ਕੱਢ ਸਕਦੇ ਹੋ, ਤੁਸੀਂ ਕਿਰਪਾ ਕਰ ਸਕਦੇ ਹੋ, ਤੁਸੀਂ ਭਵ ਸਾਗਰ 'ਚੋਂ ਸਾਨੂੰ ਪਾਰ ਲਿਜਾ ਸਕਦੇ ਹੋ, ਠੀਕ ਹੈ। ਕਿਉਂਕਿ ਇਹ ਸੰਸਾਰ ਸਾਰਾ ਹੀ ਸਮੁੰਦਰ ਆ। ਹੁਣ ਵਿਚਾਰ ਕਰਨਾ, ਸਮੁੰਦਰ ਦਾ ਮਤਲਬ ਕੀ ਹੈ? ਕੋਈ ਛੋਟੀ ਜਿਹੀ ਖੇਡ ਨਹੀਂ, ਕੋਈ ਨਹਿਰ ਨਹੀਂ ਟੱਪਣੀ ਆਪਾਂ, ਕੋਈ ਖਾਲ ਨਹੀਂ ਟੱਪਣਾ, ਬੜਾ ਵੱਡਾ ਭਵ ਸਾਗਰ ਜਿਹੜਾ ਆਪਾਂ ਲੰਘਣਾ। ਇੱਥੇ ਫਿਰ ਗੁਰੂ ਸਾਹਿਬਾਨ ਕਹਿਣ ਲੱਗੇ ਵੀ ਬਹੁਤ ਵੱਡਾ ਹੈ। ਅੱਗੇ ਜਾ ਕੇ ਦੱਸਣ ਲੱਗੇ ਭਗਤ ਨਾਮਦੇਵ ਜੀ, ਕਹਿੰਦੇ ਪ੍ਰਮਾਤਮਾ ਕਿਰਪਾ ਕਰੋ, ਆਪ ਹੀ ਲੰਘਾ ਸਕਦੇ ਹੋ। ਕੀ ਕਹਿਣ ਲੱਗੇ? ਕਹਿਣ ਲੱਗੇ ਅਨਿਲ ਬੇੜਾ ਹਉ ਖੇਵ ਨਾ ਸਾਕੂ।
ਅਨਿਲ ਬੇੜਾ, ਅਨਿਲ ਕਿਹਨੂੰ ਕਹਿੰਦੇ ਆ? ਹਵਾ ਨੂੰ। ਤੇ ਹਵਾ ਕਿਹਨੂੰ ਕਹਿੰਦੇ ਆ? ਝੱਖੜ ਨੂੰ, ਹਨੇਰੀ ਨੂੰ। ਬੇੜਾ ਕਿਹਨੂੰ ਕਹਿੰਦੇ? ਬੇੜੀ ਨੂੰ, ਕਿਸ਼ਤੀ ਨੂੰ, ਜਿਹਦੇ 'ਚ ਮੈਂ ਬੈਠਾ। ਕਹਿਣ ਲੱਗੇ ਹੇ ਪਰਮਾਤਮਾ, ਵੀ ਜਿਹਦੇ ਵਿੱਚ ਮੈਂ ਬੈਠਾ ਨਾ, ਇਹ ਮੇਰਾ ਜਿਹੜਾ ਬੇੜਾ ਨਾ, ਇਹ ਝੱਖੜ ਵਿੱਚ ਫਸਿਆ ਹੋਇਆ, ਹਨੇਰੀ ਦੇ ਵਿੱਚ ਫਸਿਆ ਹੋਇਆ, ਔਰ ਇਹੋ ਜਿਹਾ ਫਸਿਆ ਹੋਇਆ ਹਉ ਖੇਵ ਨਾ ਸਾਕੂ। ਖੇਵ ਪਤਾ ਕਿਹਨੂੰ ਕਹਿੰਦੇ? ਚੱਪੂ ਚਲਾਉਣਾ। ਕਹਿੰਦੇ ਉਧਰੋਂ ਤੇ ਮੇਰਾ ਬੇੜਾ ਜਿਹੜਾ ਹੈ ਇਸ ਸਮੁੰਦਰ ਵਿੱਚ, ਝੱਖੜ ਦੇ ਵਿੱਚ ਫਸਿਆ ਹੋਇਆ ਹੈ, ਔਰ ਉੱਪਰੋਂ ਮੈਂ ਚੱਪੂ ਚਲਾਉਣਾ ਨਹੀਂ ਜਾਣਦਾ, ਮੇਰੇ ਕੋਲ ਚੱਪੂ ਨਹੀਂ ਚੜ੍ਹਦਾ। ਇਸ਼ਾਰਾ ਸਮਝੋ। ਕਹਿੰਦਾ ਪਾਪ ਭਗਤ ਨਾਮਦੇਵ ਜੀ ਕਹਿੰਦੇ ਕਿ ਜਿਸ ਭਵ ਸਾਗਰ 'ਚ ਪਰਮਾਤਮਾ ਤੁਸੀਂ ਫਸਾਇਆ ਨਾ, ਇਹਦੇ 'ਚੋਂ ਪਾਰ ਲੰਘਣ ਦੀ ਸਾਡੀ ਆਪਣੀ ਤਾਕਤ ਕੋਈ ਨਹੀਂ, ਸਾਡਾ ਆਪਣਾ ਜ਼ੋਰ ਕੋਈ ਨਹੀਂ, ਸਾਡੀ ਆਪਣੀ ਸੋਚ ਕੋਈ ਨਹੀਂ ਹੈ। ਇਹ ਆਪ ਜੀ ਕਿਰਪਾ ਕਰੋ ਤੇ ਕਰੋ, ਸਾਡੇ ਵੱਸ 'ਚ ਨਹੀਂ ਹੈਗਾ। ਕਿਹੜੀ ਗੱਲੋਂ? ਵੀ ਇਹ ਭਵ ਸਾਗਰ ਬੜਾ ਵੱਡਾ ਹੈ, ਠੀਕ ਹੈ, ਪਰ ਇਸ ਭਵ ਸਾਗਰ ਵਿੱਚ ਰਹਿੰਦਿਆਂ ਵੀ ਆਪ ਜੀ ਕਿਰਪਾ ਕਰਕੇ ਕਿਤੇ ਸਾਨੂੰ ਕੱਢ ਲਓ, ਆਪ ਜੀ ਕਿਰਪਾ ਕਰਕੇ ਸਾਨੂੰ ਸੋਝੀ ਦੇ ਦਿਓ, ਆਪ ਜੀ ਕਿਰਪਾ ਕਰਕੇ ਕਿਤੇ ਸਾਡਾ ਇਸ ਭਵ ਸਾਗਰ 'ਚੋਂ ਪਾਰ ਉਤਾਰਾ ਕਰਾ ਦਿਓ ਤੇ ਕਰਾ ਦਿਓ, ਵਰਨਾ ਸਾਡਾ ਨਹੀਂ ਹੋਣਾ। ਹੁਣ ਇਹਨੂੰ ਚੀਜ਼ ਨੂੰ ਫੜਨਾ ਆਪ ਜੀ ਨੇ, ਠੀਕ ਹੈ। ਅਨਿਲ ਬੇੜਾ ਹਉ ਖੇਵ ਨਾ ਸਾਕੂ, ਤੇਰਾ ਪਾਰ ਨਾ ਪਾਇਆ ਬੀਠਲਾ। ਕਹਿਣ ਲੱਗੇ ਹੈ ਅਕਾਲ ਪੁਰਖ ਪਰਮਾਤਮਾ, ਵੀ ਇਸ ਭਵ ਸਾਗਰ ਦਾ ਪਰਲਾ ਬੰਨਾ ਕਿੱਥੇ ਹੈ ਜਿੱਥੇ ਤੁਸੀਂ ਬੈਠੇ ਹੋ? ਸਾਨੂੰ ਤਾਂ ਪਤਾ ਹੀ ਕੋਈ ਨਹੀਂ, ਸਾਡੇ ਦੇ ਵੱਸ 'ਚ ਹੀ ਨਹੀਂ, ਸਾਨੂੰ ਨਹੀਂ ਕੋਈ ਪਤਾ ਆਪ ਜੀ ਕਿੱਥੇ ਬੈਠੇ ਹੋ, ਆਪ ਜੀ ਕਿੱਥੇ ਰਹਿ ਰਹੇ ਹੋ, ਸਾਡੇ ਵੱਸ 'ਚ ਨਹੀਂ ਹੈਗਾ। ਆਪ ਜੀ ਕਿਰਪਾ ਕਰੋ। ਕੈਸੀ ਕਿਰਪਾ ਕਰੋ? ਕਿ ਆਪ ਜੀ ਸਾਨੂੰ ਸੋਝੀ ਬਖਸ਼ਿਸ਼ ਕਰੋ, ਆਪ ਜੀ ਸਾਡੇ 'ਤੇ ਮਿਹਰ ਭਰਿਆ ਹੱਥ ਰੱਖੋ, ਔਰ ਸਾਨੂੰ ਇਸ ਭਵ ਸਾਗਰ 'ਚੋਂ ਪਾਰ ਲੰਘਾਓ। ਹੁਣ ਧਿਆਨ ਦੇਣਾ, ਇਹ ਸਾਰੀਆਂ ਪੁਕਾਰਾਂ ਜਦੋਂ ਭਗਤ ਨਾਮਦੇਵ ਜੀ ਨੇ ਕੀਤੀਆਂ ਵੀ ਹੇ ਪਰਮਾਤਮਾ ਕਿਰਪਾ ਕਰੋ, ਸਾਡੇ 'ਤੇ ਰਹਿਮਤ ਕਰੋ, ਫਿਰ ਭਗਤ ਨਾਮਦੇਵ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਹੋ ਦਿਆਲ ਸਤਿਗੁਰ ਮੇਲ ਤੂੰ ਮੋਕੋ। ਹੋ ਦਿਆਲ ਸਤਿਗੁਰ ਮੇਲ ਤੂੰ ਮੋਕੋ। ਕਹਿੰਦੇ ਹੇ ਪਰਮਾਤਮਾ ਦਿਆਲ ਹੋ, ਦਇਆ ਦੇ ਘਰ ਵਿੱਚ ਆਓ ਤੇ ਮੇਰਾ ਸਤਿਗੁਰ ਦੇ ਨਾਲ ਮਿਲਾਪ ਕਰਾ ਦਿਓ। ਹੁਣ ਇਹ ਧਿਆਨ ਦੇਣਾ ਇੱਥੇ ਜਰਾ, ਸਤਿਗੁਰ ਦੇ ਨਾਲ ਮਿਲਾਪ ਕਰ ਦਿਓ। ਆਪਾਂ ਗੁਰੂ ਚਰਨਾਂ ਵਿੱਚ ਰੋਜ਼ ਆਉਂਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਪਰ ਇੱਕ ਚੀਜ਼ ਪੱਲੇ ਬੰਨ੍ਹ ਕੇ ਦੇਖਣਾ ਆਪ ਜੀ ਨੇ ਵੀ ਅਸੀਂ ਇੰਨਾ ਕੁਝ ਕਰਦਿਆਂ ਵੀ ਅਜੇ ਅਸੀਂ ਗੁਰੂ ਦੇ ਨਾਲ ਮਿਲਾਪ ਨਹੀਂ ਕਰ ਸਕੇ, ਸਾਡਾ ਗੁਰੂ ਨਾਲ ਮਿਲਾਪ ਨਹੀਂ ਹੋਇਆ ਜੀ। ਇੰਨਾ ਕੁਝ ਕਰਕੇ ਵੀ ਸਾਡਾ ਗੁਰੂ ਨਾਲ ਮਿਲਾਪ ਨਹੀਂ ਹੋਇਆ, ਤੇ ਆਪ ਜੀ ਬੜੇ ਹੈਰਾਨ ਹੋਵੋਗੇ ਵੀ ਕਮਾਲ ਦੀ ਗੱਲ ਹੈ, ਇੰਨਾ ਕੁਝ ਕਰਕੇ ਵੀ ਸਾਡਾ ਗੁਰੂ ਨਾਲ ਮਿਲਾਪ ਨਹੀਂ ਹੋਇਆ। ਉਹੀ ਚੀਜ਼ ਭਗਤ ਨਾਮਦੇਵ ਜੀ ਮੰਗਣ ਰਹੇ ਨੇ ਵੀ ਚਰਨਾਂ 'ਚ ਬੇਨਤੀ ਕਰਕੇ ਕਿ ਪਰਮਾਤਮਾ ਸਭ ਕੁਝ ਤੁਸੀਂ ਕਰਨਾ, ਪਰ ਫਿਰ ਵੀ ਕਹਿੰਦੇ ਆ ਕਿ ਸਾਡਾ ਗੁਰੂ ਨਾਲ ਮਿਲਾਪ ਨਹੀਂ, ਸਾਡਾ ਗੁਰੂ ਨਾਲ ਮਿਲਾਪ ਕਰਾ ਦਿਓ, ਆਪ ਕਰਾਓ, ਆਪ ਕਿਰਪਾ ਕਰੋ। ਹੁਣ ਇੱਥੇ ਆਪ ਜੀ ਨੇ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨੀ। ਭਗਤ ਨਾਮਦੇਵ ਜੀ ਦੱਸਣ ਲੱਗੇ ਕਹਿੰਦੇ ਹੇ ਪਰਮਾਤਮਾ, ਵੀ ਜਦੋਂ ਅਸੀਂ ਗੁਰੂ ਚਰਨਾਂ ਨਾਲ ਜੁੜਦੇ ਹਾਂ, ਪਰ ਸਾਡੀ ਜਿਹੜੀ ਆਤਮਿਕ ਬਿਰਤੀ ਹੈ ਉਹ ਸਾਡੀ ਗੁਰੂ ਚਰਨਾਂ ਨਾਲ ਨਹੀਂ ਜੁੜਦੀ, ਸਾਡੇ ਅੰਦਰ ਤਬਦੀਲੀ ਨਹੀਂ ਆਉਂਦੀ, ਸਾਡੇ ਅੰਦਰ ਉਹ ਅਵਸਥਾ ਨਹੀਂ ਬਣਦੀ ਜਿਹੜੀ ਅਵਸਥਾ ਬਣਨ ਦੇ ਨਾਲ ਸਾਡਾ ਭਵ ਸਾਗਰ 'ਚੋਂ ਬੇੜਾ ਪਾਰ ਹੋ ਸਕਦਾ, ਉਹ ਅਵਸਥਾ ਨਹੀਂ ਬਣਦੀ। ਉੱਤੇ ਕਿਰਪਾ ਕਰੋ। ਹੁਣ ਕਿਵੇਂ? ਆਪ ਜੀ ਨੇ ਦੇਖਣਾ ਗੁਰਬਾਣੀ ਦੇ ਅੰਦਰ 441 ਅੰਗ ਦੇ ਉੱਤੇ ਪੜ੍ਹਨਾ ਜਰਾ ਆਪ ਜੀ, ਉੱਥੇ ਕੀ ਲਿਖਿਆ? ਗੁਰੂ ਸਾਹਿਬ ਨੇ ਕਹਿਣ ਲੱਗੇ ਸਤਿਗੁਰ ਮਿਲੇ ਐ ਧਾਵਤ ਥੰਮਿਆ, ਨਿਜ ਘਰ ਵਸਿਆ ਏ। ਗੁਰੂ ਸਾਹਿਬ ਨੇ ਕਹਿਣ ਲੱਗੇ ਸਤਿਗੁਰ ਮਿਲੇ ਐ ਧਾਵਤ ਥੰਮਿਆ। ਸਤਿਗੁਰ ਦਾ ਮਿਲਾਪ ਕੀ ਹੈ? ਕੀ ਪਹਿਚਾਣਿਆ ਸਤਿਗੁਰ ਦੇ ਨਾਲ ਮਿਲਾਪ ਹੋ ਗਿਆ? ਕਿਉਂਕਿ ਸਾਡੀ ਜਿਹੜੀ ਬਿਰਤੀ ਹੈ ਨਾ, ਅਸੀਂ ਸਤਿਗੁਰ ਦੇ ਨਾਲ ਮਿਲਾਪ ਇੰਨਾ ਕੀ ਸਮਝਦੇ ਹਾਂ ਵੀ ਆਪਾਂ ਅੰਮ੍ਰਿਤ ਛਕ ਲਿਆ, ਸਵੇਰੇ ਸ਼ਾਮ ਗੁਰੂ ਘਰ ਗਏ, ਨਿਤਨੇਮ ਕਰ ਲਿਆ, ਬਾਣੀ ਪੜ੍ਹ ਲਈ, ਗੁਰੂ ਨਾਲ ਮਿਲਾਪ ਹੋ ਗਏ। ਗੁਰੂ ਪਿਆਰਿਓ, ਇਹ ਸਾਰਾ ਕੁਝ ਹੀ ਆਪਾਂ ਗੁਰੂ ਨਾਲ ਮਿਲਾਪ ਕਰਨ ਲਈ ਕਰਦੇ ਪਏ ਹਾਂ। ਅੰਮ੍ਰਿਤ ਛਕਿਆ, ਨਿਤਨੇਮ ਕੀਤਾ, ਗੁਰਬਾਣੀ ਪੜ੍ਹੀ ਆ, ਕਥਾ ਸੁਣੀ ਆ, ਕੀਰਤਨ ਸੁਣਿਆ, ਇਹ ਸਾਰਾ ਕੁਝ ਹੀ ਆਪਾਂ ਗੁਰੂ ਨਾਲ ਮਿਲਾਪ ਕਰਨ ਲਈ ਕੀਤਾ, ਪਰ ਅਜੇ ਗੁਰੂ ਨਾਲ ਮਿਲਾਪ ਬਾਕੀ ਹੈ। ਕਹਿਣ ਲੱਗੀ ਇਹ ਕਿੱਦਾਂ ਹੋ ਗਿਆ ਗੁਰੂ ਨਾਲ ਮਿਲਾਪ ਬਾਕੀ? ਸੁਣਨਾ ਜਰਾ। ਗੁਰੂ ਸਾਹਿਬ ਨੇ ਕਹਿੰਦੇ ਸਤਿਗੁਰ ਮਿਲਿਆ ਧਾਵਤ ਥੰਮਿਆ। ਜਿੱਦਣ ਸਾਡੀ ਸੋਚ, ਸਾਡੀ ਅੰਦਰ ਦੀ ਖਿੱਚ, ਸਾਡੀ ਅੰਦਰ ਦੀ ਤਾਂਘ, ਸਾਡੇ ਅੰਦਰ ਦਾ ਪਿਆਰ ਗੁਰੂ ਦੇ ਨਾਲ ਜਾ ਕੇ ਮਿਲਦਾ ਹੈ। ਮਿਲਣ ਦਾ ਭਾਵ ਕੀ ਹੈ ਕਿ ਸਾਡੀ ਸੋਚ ਤੇ ਗੁਰੂ ਦੀ ਸੋਚ ਜਦੋਂ ਇੱਕ ਹੁੰਦੀ ਹੈ,
ਮਿਲਦਾ ਭਾਵ ਇੱਕ ਹੈ। ਧਿਆਨ ਦੇਣਾ ਆਪ ਜੀ, ਜ਼ਿੰਦਗੀ ਦੇ ਵਿੱਚ ਆਪ ਸੰਸਾਰੀ ਵਿਚਾਰ ਕਰਕੇ ਦੇਖੋ, ਕੋਈ ਇਨਸਾਨ ਹੈ, ਠੀਕ ਹੈ ਕਿ ਨਹੀਂ, ਆਪ ਜੀ ਦਾ ਕੋਈ ਝਗੜਾ ਹੋ ਗਿਆ, ਜਦੋਂ ਆਪ ਜੀ ਦਾ ਝਗੜਾ ਹੋ ਗਿਆ ਤੇ ਕੋਈ ਫੈਸਲਾ ਕਰਾਉਣ ਲਈ ਲੈ ਕੇ ਆਇਆ ਆਪ ਜੀ ਦੇ ਨਾਲ ਕਿ ਚਾਲੀ ਸਾਹਿਬ ਭਾਈ ਸਾਹਿਬ ਫੈਸਲਾ ਕਰ ਲਓ ਜੀ। ਹੁਣ ਜਦੋਂ ਫੈਸਲੇ ਦੀ ਗੱਲ ਆਈ ਨਾ ਤੇ ਆਪ ਜੀ ਨੇ ਕੀ ਕਿਹਾ, ਭਾਈ ਸਾਹਿਬ ਇਹਨੇ ਕੀ ਫੈਸਲਾ ਕਰਾਉਣਾ, ਇਹ ਤੇ ਮਿਲਿਆ ਉਹਦੇ ਨਾਲ। ਪੁੱਛਿਆ ਵੀ ਇਹ ਕੀ ਚੱਕਰ ਹੈ, ਇਹ ਕਦੋਂ ਮਿਲਿਆ, ਕਦੇ ਮਿਲਿਆ। ਕਹਿਣ ਦਾ ਭਾਵ ਕੀ ਹੈ ਕਿ ਜਿਹੜਾ ਬੰਦਾ ਫੈਸਲਾ ਕਰਾਉਣ ਆਇਆ ਇਹਦੀ ਸੋਚ ਤੇ ਜਿਹਦਾ ਫੈਸਲਾ ਕਰਾਉਣਾ ਉਹਦੀ ਸੋਚ ਇੱਕੋ ਜਿਹੀ ਹੈ, ਇਹਨੂੰ ਮਿਲਣਾ ਕਹਿੰਦੇ ਆ। ਇੱਥੇ ਗੁਰੂ ਸਾਹਿਬਾਨ ਕਹਿੰਦੇ ਆ, ਕਹਿੰਦੇ ਸਤਿਗੁਰ ਮਿਲਿਆ ਧਾਵਤ ਥੰਮਿਆ। ਕਹਿੰਦੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਪਰ ਸਾਡੀ ਸੋਚ ਅਜੇ ਗੁਰੂ ਦੇ ਨਾਲ ਨਹੀਂ ਮਿਲੀ। ਗੁਰੂ ਜੀ ਸਾਨੂੰ ਕੁਛ ਕਹਿਣ ਡਏ ਨੇ, ਅਸੀਂ ਗੁਰੂ ਨੂੰ ਕੁਛ ਕਹਿਣ ਡਏ। ਹੁਣ ਤੁਸੀਂ ਲਾਓ ਹਿਸਾਬ, ਕੀ ਸਾਡੀ ਸੋਚ ਗੁਰੂ ਨਾਲ ਮਿਲੀ? ਅਸੀਂ ਗੁਰੂ ਨੂੰ ਰੋਜ਼ ਕਹਿੰਦੇ ਹਾਂ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ, ਸਾਡਾ ਫਲਾਣਾ ਕੰਮ ਕਰ ਦਿਓ, ਸਾਨੂੰ ਫਲਾਣੀ ਚੀਜ਼ ਦੇ ਦਿਓ। ਤੇ ਗੁਰੂ ਦੀ ਸੋਚ ਕੀ ਹੈ? ਗੁਰੂ ਦੀ ਸੋਚ ਹੈ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਸਾਡੀ ਸੋਚ ਬਣੀ ਹੈ? ਨਹੀਂ ਬਣੀ। ਅਸੀਂ ਇਸ ਲੈਵਲ 'ਤੇ ਗਏ ਹੀ ਨਹੀਂ। ਸਾਡੇ ਤਾਂ ਕਦੀ ਮਨ ਚਾਹੁੰਦਾ ਹੀ ਨਹੀਂ ਵੀ ਸਵਾਏ ਪਰਮਾਤਮਾ ਤੋਂ ਆਪਾਂ ਗੁਰੂ ਕੋਲੋਂ ਕੁਛ ਨਹੀਂ ਮੰਗਣਾ। ਆਪਣਾ ਬਣੀ ਹੀ ਨਹੀਂ ਗੱਲ। ਆਪਾਂ ਤਾਂ ਆਪਣੇ ਤਾਂ ਮਨ ਵਿੱਚ ਇਹੀ ਟਿਕਿਆ ਵੀ ਜੇ ਮੰਗਣਾ ਨਹੀਂ ਗੁਰੂ ਕੋਲ ਤਾਂ ਮੰਗਣਾ ਕਿਹਦੇ ਕੋਲੋਂ। ਇਹਦਾ ਮਤਲਬ ਸਾਡੀ ਸੋਚ ਜਿਹੜੀ ਹੈ ਗੁਰੂ ਚਰਨਾਂ ਦੇ ਨਾਲ ਨਹੀਂ ਮਿਲੀ। ਇਹਦਾ ਮਤਲਬ ਸਾਡਾ ਗੁਰੂ ਨਾਲ ਮਿਲਾਪ ਅਜੇ ਨਹੀਂ ਹੋਇਆ। ਉਹ ਕਹਿੰਦੇ ਸਤਿਗੁਰ ਮਿਲਿਆ ਧਾਵਤ ਥੰਮਿਆ। ਕਹਿੰਦਾ ਜਿੱਦਣ ਸਾਡੀ ਸੋਚ ਗੁਰੂ ਦੀ ਸੋਚ ਨਾਲ ਮਿਲਦੀ ਹੈ ਤਾਂ ਸਭ ਤੋਂ ਪਹਿਲੀ ਤਬਦੀਲੀ ਕਿਹੜੀ ਆਉਂਦੀ ਹੈ? ਸਾਡੇ ਮਨ ਦੀ ਭਟਕਣਾ ਰੁਕ ਜਾਂਦੀ ਹੈ। ਧਾਵਤ ਕਹਿੰਦੇ ਭਟਕਣਾ, ਥੰਮਿਆ ਕਹਿੰਦੇ ਰੁਕ ਜਾਣਾ। ਸਾਡੇ ਮਨ ਦੀ ਭਟਕਣਾ ਰੁਕ ਜਾਂਦੀ ਹੈ, ਉੱਥੇ ਸਟਾਪ ਹੋ ਜਾਂਦੀ ਹੈ। ਸਾਡੇ ਮਨ ਵਿੱਚ ਕੀ ਆਉਂਦਾ ਹੈ ਵੀ ਜੋ ਤਿਸ ਭਾਵੇ ਨਾਨਕਾ ਸਹੀ ਗੱਲ ਚੰਗੀ ਜੋ ਕਰਦਾ ਕਰੋ। ਪਰ ਸਾਡੀ ਨਹੀਂ ਬਣੀ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਸਿਰਫ ਇੰਨਾ ਕਿ ਸਾਡੀ ਇਹ ਸੋਚ ਨਹੀਂ ਬਣੀ। ਅਸੀਂ ਗੁਰਬਾਣੀ ਪੜ੍ਹੀ ਹੈ, ਗੁਰਬਾਣੀ ਪੜ੍ਹਦਿਆਂ ਵੀ ਸਾਡੇ ਅੰਦਰ ਦੀ ਖਿੱਚ ਜਿਹੜੀ ਹੈ, ਅੰਦਰ ਦੀ ਤੰਗ ਜਿਹੜੀ ਹੈ, ਅੰਦਰ ਦੀ ਸੋਚ ਜਿਹੜੀ ਹੈ ਉਹ ਗੁਰੂ ਚਰਨਾਂ ਦੇ ਨਾਲ ਟਿਕੀ ਨਹੀਂ ਹੈ। ਅਸੀਂ ਆਪਣੀ ਗੱਲ ਸੋਚਦੇ ਪਏ ਤੇ ਗੁਰੂ ਜੀ ਸਾਨੂੰ ਆਪਣੀ ਸੁਣਾਉਣ ਰਹੇ। ਸਾਡਾ ਨਹੀਂ ਕੋਈ ਨਾਤਾ ਜੁੜਿਆ ਅਜੇ ਤੱਕ। ਜੁੜਨਾ ਕਦੋਂ? ਵਾਹ, ਕਿਉਂਕਿ ਉਹਨਾਂ ਨੇ ਗੱਲ ਬੜੀ ਵੱਡੀ ਕਹੀ ਨਾ ਕਿ ਹੋ ਦਿਆਲ ਸਤਿਗੁਰ। ਠੀਕ ਹੈ, ਗੁਰੂ ਸਾਹਿਬ ਦੇ ਮੇਲ ਤੂੰ ਮੋਕੋ। ਕਹਿੰਦੇ ਮੈਨੂੰ ਗੁਰੂ ਨਾਲ ਮਿਲਾ। ਇਹ ਮੰਗਿਆ ਭਗਤ ਨਾਮਦੇਵ ਜੀ ਨੇ ਕਿ ਮੈਨੂੰ ਗੁਰੂ ਨਾਲ ਮਿਲਾ। ਧਿਆਨ ਦੇਣਾ ਇੱਥੇ ਜਰਾ, ਗੁਰੂ ਨਾਲ ਮਿਲਾ ਦਾ ਮਤਲਬ ਕੀ, ਉਹਨਾਂ ਨੇ ਕੀ ਕਹਿਣਾ ਚਾਹਿਆ? ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਇੱਕ ਗੱਲ ਕਹੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੁਰੂ ਨਾਲ ਮਿਲਾਪ ਕਦੋਂ ਹੁੰਦਾ? ਅੱਛਾ ਕਦੋਂ ਹੁੰਦਾ? ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਜ ਤਿਆਗੀ। ਕਹਿੰਦੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ, ਛੋੜਿਆ ਹੱਬ ਕਿਜ ਤਿਆਗੀ। ਕਹਿੰਦੇ ਵੀ ਮੈਂ ਕਿਸੇ ਦੀ ਉਸਤਤ ਕਰਨੀ, ਕਿਸੇ ਦੀ ਨਿੰਦਿਆ ਕਰਨੀ, ਸਭ ਕੁਝ ਛੱਡਦਾ। ਮੈਂ ਨਹੀਂ ਕਰਦਾ ਕਿਸੇ ਦੀ ਵੀ। ਠੀਕ ਹੈ, ਛੋੜਿਆ ਹੱਬ ਕਿਜ ਤਿਆਗੀ। ਧਿਆਨ ਦੇਣਾ, ਦੋ ਗੱਲਾਂ ਨੇ, ਛੋੜਿਆ ਹੱਬ ਕਿਜ ਤਿਆਗੀ। ਛੋੜਿਆ ਅੱਖਰ ਫਿਰ ਤਿਆਗੀ ਦੋ ਅੱਖਰ ਆ। ਦੋਵਾਂ ਦਾ ਮਤਲਬ ਛੋੜਨਾ ਹੀ ਹੁੰਦਾ। ਪਰ ਕੀ ਮਤਲਬ ਹੈ? ਵਿਚਾਰ ਕਰਨਾ। ਜ਼ੁਬਾਨ ਤੋਂ ਅਸੀਂ ਨਿੰਦਿਆ ਕਰਦੇ ਹਾਂ, ਜ਼ੁਬਾਨ ਤੋਂ ਕਿਸੇ ਦੀ ਵਡਿਆਈ ਕਰਦੇ ਹਾਂ, ਠੀਕ ਹੈ, ਪਰ ਮਨ ਤੋਂ ਨਹੀਂ ਕਰਦੇ। ਠੀਕ ਹੈ, ਇਹ ਬੰਦਾ ਬੜਾ ਚੰਗਾ, ਕੀ ਕਰੀਏ? ਹੁਣ 10 ਬੰਦੇ ਬੈਠੇ ਸੀ, ਕਹਿ ਦਿੱਤਾ ਬੰਦਾ ਬੜਾ ਚੰਗਾ। ਹੁਣ 10 ਬੰਦੇ ਮੇਰੇ ਵੱਲ ਸੀਗੇ, ਹੁਣ 10 ਬੰਦਿਆਂ ਵਿੱਚ ਮੈਨੂੰ ਕਹਿਣਾ ਪਿਆ ਵੀ ਇਹ ਬੰਦਾ ਬੜਾ ਮਾੜਾ ਹੈ, ਪਰ ਬੰਦਾ ਬੜਾ ਨੇਕ ਸੀਗਾ, ਕਹਿਣਾ ਪਿਆ ਮੈਨੂੰ। ਮੈਂ ਬਾਹਰੋਂ ਕਹਿ ਦਿੱਤਾ ਪਰ ਮੈਂ ਮਨ ਤੋਂ ਨਹੀਂ ਕਿਹਾ। ਠੀਕ ਹੈ, ਇਹਦਾ ਮਤਲਬ ਦੋ ਚੀਜ਼ਾਂ ਨੇ। ਹੁਣ ਕਿਸੇ ਵੇਲੇ ਬੰਦਾ ਕੀ ਕਹਿੰਦਾ? ਜ਼ੁਬਾਨ ਤੋਂ ਕਹਿਣਾ ਛੱਡ ਦਿੱਤਾ ਵੀ ਬੰਦਾ ਬੜਾ ਚੰਗਾ ਹੈ, ਪਰ ਮਨ ਤੋਂ ਕਹਿੰਦਾ ਚੰਗਾ ਹੈ, ਮੰਨਦਾ ਹੈ। ਜ਼ੁਬਾਨ ਤੋਂ ਕਹਿਣਾ ਛੱਡ ਦਿੱਤਾ ਵੀ ਬੰਦਾ ਮਾੜਾ ਹੈ, ਪਰ ਮਨ ਵਿੱਚ ਹੈਗਾ ਵੀ ਮਾੜਾ ਹੈ। ਦੋ ਗੱਲਾਂ ਨੇ। ਸੋ ਗੁਰੂ ਸਾਹਿਬਾਨ ਕੀ ਕਹਿੰਦੇ? ਕਹਿੰਦੇ ਛੋੜਿਆ ਹੱਬ ਕਿਜ ਤਿਆਗੀ। ਕਹਿਣ ਲੱਗੇ ਬਿਰਤੀ ਉਦੋਂ ਬਣਨੀ ਹੈ ਗੁਰੂ ਨਾਲ ਜੁੜ ਕੇ ਜਦੋਂ ਮੈਂ ਜ਼ੁਬਾਨ ਤੋਂ ਵੀ ਛੱਡ ਦਿੱਤਾ ਤੇ ਮੈਂ ਮਨ ਤੋਂ ਵੀ ਤਿਆਗ ਕਰ ਦਿੱਤਾ। ਕਹਿੰਦਾ ਭਾਵ ਨਾ ਤੇ ਕਿਸੇ ਦੀ ਵਡਿਆਈ ਮੇਰੀ ਜ਼ੁਬਾਨ ਤੇ ਆ ਤੇ ਨਾ ਹੀ ਕਿਸੇ ਦੀ ਵਡਿਆਈ ਮੇਰੀ ਮਨ ਵਿੱਚ ਆ। ਨਾ ਹੀ ਕਿਸੇ ਦੀ ਨਿੰਦਿਆ ਮੇਰੀ ਜ਼ੁਬਾਨ ਤੇ ਆ ਤੇ ਨਾ ਹੀ ਕਿਸੇ ਦੀ ਨਿੰਦਿਆ ਮੇਰੀ ਮਨ ਦੀ ਅੰਦਰ ਮਿੱਟੀ ਦੇ ਵਿੱਚ ਆ। ਮੈਂ ਛੱਡ ਦਿੱਤਾ। ਦੋ ਕੰਮ ਕਰਤੇ, ਛੱਡਣਾ ਤੇ ਤਿਆਗਣਾ। ਕੀ ਚੀਜ਼ ਆ? ਛੱਡਣਾ ਸਰੀਰ ਤੋਂ ਹੁੰਦਾ ਹੈ,
ਤੇ ਤਿਆਗ ਮਨ ਤੋਂ ਹੁੰਦਾ ਹੈ। ਜਿਵੇਂ ਆਪਾਂ ਬਾਣੀ 'ਚ ਪੰਕਤੀ ਪੜ੍ਹਦੇ, ਬੁਣਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਹੁਣ ਵਿਚਾਰ ਕਰਿਓ, ਬੁਣਨਾ ਤੰਨਾ ਤਿਆਗ ਕੇ, ਲੋਕ ਕਹਿੰਦੇ ਕਬੀਰ ਸਾਹਿਬਾਨ ਨੇ ਬੁਣਨਾ ਤੰਨਾ ਛੱਡ ਦਿੱਤਾ ਸੀ। ਕਬੀਰ ਸਾਹਿਬਾਨ ਜੁਲਾਹੇ ਸੀਗੇ, ਉਹਨਾਂ ਛੱਡਿਆ ਨਹੀਂ। ਜੇ ਛੱਡ ਦਿੱਤਾ ਸੀ ਤੇ ਗੁਰਬਾਣੀ ਦਾ ਉਪਦੇਸ਼ ਗਲਤ ਹੋ ਜਾਏਗਾ। ਗੁਰਬਾਣੀ ਕਹਿੰਦੀ ਹੈ ਕਿਰਤ ਕਰ, ਵੰਡ ਛਕ, ਨਾਮ ਜਪ। ਹੁਣ ਇਸ ਕਰਕੇ ਆਪਾਂ ਜੇ ਕਹਾਂਗੇ ਕਿਰਤ ਛੱਡ ਦਿੱਤੀ ਭਗਤ ਕਬੀਰ ਸਾਹਿਬਾਨ ਨੇ, ਤੇ ਗੜਬੜ ਹੋ ਜਾਣੀ। ਕਿਰਤ ਛੱਡਣੀ ਨਹੀਂ ਹੈ। ਉਹਨਾਂ ਨੇ ਕੀ ਲਿਖਿਆ? ਬੁਣਨਾ ਤੰਨਾ ਤਿਆਗ ਕੇ। ਕਬੀਰ ਜੀ ਜੁਲਾਹੇ ਸੀ, ਖੇਸ ਬੁਣਦੇ ਸੀ। ਠੀਕ ਹੈ, ਖੇਸ ਬੁਣਦੇ ਹੁੰਦੇ ਸੀ, ਪਰ ਹੁੰਦਾ ਕੀ ਸੀ, ਮਨ ਵਿੱਚ ਆ ਜਾਂਦਾ ਸੀ ਵੀ ਖੇਸ ਬੁਣੀਦਾ, ਵੇਚਣ ਜਾਈਦਾ, ਪ੍ਰੋਫਿਟ ਨਹੀਂ ਮਿਲਦਾ, ਫਾਇਦਾ ਨਹੀਂ ਮਿਲਦਾ, ਘਾਟਾ ਪੈ ਜਾਂਦਾ। ਹੁਣ ਕੀ ਹੋਇਆ? ਭਗਤੀ ਨਹੀਂ ਹੁੰਦੀ ਸੀ, ਲਿਵ ਨਹੀਂ ਲੱਗਦੀ ਸੀ। ਕਿਸੇ ਦੀ ਸੰਗਤ ਕੀਤੀ, ਉੱਥੋਂ ਦਾਤ ਮਿਲੀ, ਉਹਨੇ ਸਮਝਾਇਆ ਵੀ ਭਗਤ ਕਬੀਰ ਵੀ ਤੂੰ ਇਹ ਤਿਆਗ ਕਰ ਦੇ। ਕਹਿੰਦਾ ਭਾਵ ਛੱਡਣ ਲਈ ਨਹੀਂ ਕਿਹਾ, ਤੂੰ ਤਿਆਗ ਕਰ ਦੇ ਮਨ ਤੋਂ। ਕਬੀਰ ਜੀ ਖੇਸ ਗਏ ਦੇਣ ਸ਼ਾਹੂਕਾਰ ਨੂੰ, ਉਹਨੂੰ ਕਹਿੰਦੇ ਥੋੜ੍ਹੇ ਪੈਸੇ ਦੇ ਦੇ, ਆਟਾ ਦੇ ਦੇ। ਤੂੰ ਕਹਿੰਦਾ ਵੀ ਕੁਛ ਨਹੀਂ ਮਿਲਣਾ, ਤੇਰਾ ਤਾਂ ਉਧਾਰ ਹੀ ਬੜਾ। ਹੁਣ ਕੀ ਹੋਇਆ? ਕਬੀਰ ਜੀ ਪਹਿਲਾਂ ਗਿਲਾ ਕਰਦੇ ਸੀ ਪਰਮਾਤਮਾ ਨਾਲ ਵੀ ਪਰਮਾਤਮਾ ਖੇਸ ਬਣਾਈ ਦੇ, ਘੱਟ 'ਚ ਵਿਕਦੇ, ਲਿਵ ਨਹੀਂ ਲੱਗਦੀ ਸੀ। ਹੁਣ ਕਬੀਰ ਜੀ ਖੇਸ ਬਣਾਏ ਤੇ ਮਨ ਵਿੱਚ ਤਿਆਗ ਕਰ ਦਿੱਤਾ। ਕੀ ਤਿਆਗ ਕਰਤਾ? ਕਿ ਪਰਮਾਤਮਾ ਮੇਰਾ ਕੰਮ ਹੈ ਕਿਰਤ ਕਰਨਾ, ਮੇਰਾ ਕੰਮ ਹੈ ਖੇਸ ਬੁਣਨਾ। ਉਹ ਘਾਟਾ ਪਾਉਣਾ ਕਿ ਵਾਧਾ ਪਾਉਣਾ, ਇਹ ਤੇਰਾ ਕੰਮ ਹੈ, ਮੇਰਾ ਕੰਮ ਨਹੀਂ ਹੈ। ਤਿਆਗ ਕਰ ਦਿੱਤਾ, ਅੰਦਰੋਂ ਮਨ ਤੋਂ ਤਿਆਗ ਕਰ ਦਿੱਤਾ। ਕਹਿੰਦੇ ਵਾਧਾ ਪਾ ਤਾਂ ਵੀ ਠੀਕ ਹੈ, ਘਾਟਾ ਪਾ ਤਾਂ ਵੀ ਠੀਕ ਹੈ। ਤਿਆਗ ਕਰਤਾ, ਬੁਣਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਜਦੋਂ ਅੰਦਰੋਂ ਤਿਆਗ ਕੀਤਾ ਤੇ ਪ੍ਰੀਤੀ ਪੈ ਗਈ, ਸੁੱਤ ਸ਼ਬਦ ਦਾ ਮਿਲਾਪ ਹੋ ਗਿਆ। ਤਿਆਗਣਾ ਹੋਰ ਚੀਜ਼ ਹੈ, ਛੱਡਣਾ ਹੋਰ ਚੀਜ਼ ਹੈ। ਛੱਡਣਾ ਤਨ ਤੋਂ ਹੈ ਤੇ ਤਿਆਗਣਾ ਮਨ ਤੋਂ ਹੈ। ਇੱਥੇ ਕੀ ਲਿਖਿਆ? ਉਸਤਤ ਨਿੰਦਾ ਨਾਨਕ ਜੀ। ਗੁਰੂ ਜੀ ਕਹਿਣ ਲੱਗੇ ਮੈਂ ਹੱਜ ਵਜਾਈ, ਛੋੜਿਆ ਹੱਬ ਕਿਜ ਤਿਆਗੀ। ਕਹਿਣ ਲੱਗੇ ਕਿ ਮੈਂ ਸਭ ਕੁਝ ਹੀ ਕਹਿੰਦਾ, ਆਪਾਂ ਦੋਵੇਂ ਕੰਮ ਕਰ ਦਿੱਤੇ ਆ। ਨਾ ਮੈਂ ਜ਼ੁਬਾਨ ਤੋਂ ਕਿਸੇ ਦੀ ਨਿੰਦਿਆ ਕਰਦਾ ਤੇ ਨਾ ਮੇਰੇ ਮਨ ਵਿੱਚ ਹੀ ਕਿਸੇ ਦੀ ਨਿੰਦਿਆ ਹੋਣ। ਮੈਂ ਛੱਡ ਵੀ ਦਿੱਤੀ ਹੈ, ਤਿਆਗ ਵੀ ਦਿੱਤੀ ਹੈ। ਉਸਤਤ ਮੈਂ ਨਾ ਜ਼ੁਬਾਨ ਤੋਂ ਕਿਸੇ ਦੀ ਕਰਦਾ, ਨਾ ਮੇਰੇ ਮਨ ਵਿੱਚ ਹੀ ਕਿਸੇ ਦੀ ਉਸਤਤ ਰਹਿ ਗਈ ਹੁਣ। ਕਹਿੰਦਾ ਫਿਰ ਕੀ ਹੋਇਆ? ਤੇ ਗੁਰੂ ਸਾਹਿਬਾਨ ਕਹਿਣ ਲੱਗੇ ਇਸ ਬਿਰਤੀ ਵਿੱਚ ਜਾ ਕੇ ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਟੰਡੇ ਲੱਗੀ। ਦੇਖੋ, ਹੱਬੇ ਸਾਕ ਕੁੜਾਵੇ ਡਿੱਠੇ। ਜਿੰਨਾ ਚਿਰ ਸਾਡੇ ਅੰਦਰ ਜ਼ੁਬਾਨ ਤੇ ਕੁਛਿਆ ਤੇ ਮਨ ਵਿੱਚ ਕੁਛਿਆ, ਉਹਨਾਂ ਚਿਰ ਸਾਡਾ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਗੁਰੂ ਨਾਲ ਨਾਤਾ ਨਹੀਂ ਜੇ ਜੁੜਦਾ। ਆਪਾਂ ਕਹਿੰਦੇ ਤਾਂ ਹੈਗੇ ਨਾ ਵੀ ਸਾਡਾ ਗੁਰੂ ਨਾਲ ਮਿਲਾਪ ਹੋ ਗਿਆ, ਨਹੀਂ ਜੀ ਹੁੰਦਾ। ਠੀਕ ਹੈ, ਸਰੀਰ ਦੇ ਉੱਤੋਂ ਆਪਾਂ ਭਾਵੇਂ ਬਾਹਰੋਂ ਬਣ ਗਏ ਗੁਰੂ ਘਰ ਦੇ ਪ੍ਰੇਮੀ। ਬਾਣੀ 'ਚੋਂ ਪੜ੍ਹ ਲਓ, ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਣ ਰਾਮ, ਖਿਲਾਉਣਾ ਜਾਣਾ ਖਿਡਾਉਣਾ ਥੋੜ੍ਹੀ ਵੀ ਸਸਤਾ ਮਿਲ ਜੂ, ਬਾਹਰ ਬਾਣਾ ਪਾ ਲਿਆ ਰੱਬ ਮਿਲ ਜੂ, ਨਹੀਂ ਮਿਲਣਾ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਟੰਡੇ ਲੱਗੀ। ਜਦੋਂ ਕੁੜੀ ਵਾਲੇ ਲੈ ਕੇ ਆਉਂਦੇ ਨਾ ਕੁੜੀ ਨੂੰ, ਤੇ ਮੁੰਡਾ ਪਹਿਲਾਂ ਬੈਠਾ ਹੁੰਦਾ, ਉਹ ਕੁੜੀ ਜਿਹੜੀ ਹੈ ਨਾ ਆਪਣੇ ਪਰਿਵਾਰ ਦੇ ਨਾਲ ਤੁਰੀ ਆਉਣ ਡਈ। ਜਦੋਂ ਨਾਲ ਤੁਰੀ ਆਉਣ ਡਈ ਹੈ ਨਾ, ਉਹਨਾਂ ਚਿਰ ਉਹਨੂੰ ਕੋਈ ਪੱਲਾ ਨਹੀਂ ਫੜਾਉਂਦਾ, ਉਹਨੂੰ ਕੋਈ ਪੱਲਾ ਨਹੀਂ ਫੜਾਉਂਦਾ। ਪਰ ਜਦੋਂ ਉਹ ਕੁੜੀ ਤੁਰੀ ਆਉਂਦੀ ਆ ਤੇ ਵਿਚਾਰ ਕਰਨਾ, ਆਪਣੇ ਪਰਿਵਾਰਕ ਮੈਂਬਰਾਂ ਤੋਂ ਨਾਤਾ ਤੋੜ ਲੈਂਦੀ ਹੈ। ਨਾਤਾ ਤੋੜ ਕੇ ਜਦੋਂ ਉਹ ਮੁੰਡੇ ਨਾਲ ਬਹਿੰਦੀ ਹੈ ਤੇ ਉਹਨੂੰ ਪੱਲਾ ਫੜਾਈਦਾ। ਇਹਦਾ ਮਤਲਬ ਕੀ ਹੈ? ਕਿ ਉਹ ਜਿਹੜੀ ਧੀ ਹੈ, ਉਹ ਜਿਹੜੀ ਕੁੜੀ ਹੈ, ਆਪਣੇ ਪਰਿਵਾਰ ਨਾਲੋਂ ਨਾਤਾ ਤੋੜ ਲੈਂਦੀ ਹੈ ਤੇ ਜਦੋਂ ਉਹ ਮੁੰਡੇ ਨਾਲ ਬਹਿੰਦੀ ਹੈ ਉਹਨੂੰ ਪੱਲਾ ਫੜਾ ਦਿੰਦਾ। ਤੇ ਗੁਰੂ ਸਾਹਿਬਾਨ ਨੇ ਉਹੀ ਕਹਿਣ ਲੱਗੇ ਹੱਬੇ ਸਾਕ ਕੁੜਾਵੇ ਡਿੱਠੇ। ਜਿੰਨਾ ਚਿਰ ਸਾਡੇ ਅੰਦਰ ਖਿੱਚ, ਗੁਰਬਾਣੀ ਪੜ੍ਹਦਿਆਂ ਗੁਰੂ ਦੇ ਚਰਨਾਂ 'ਚ ਬੈਠਿਆਂ ਕੀਰਤਨ ਕਥਾ ਸੁਣਦਿਆਂ ਸਾਡਾ ਸੰਸਾਰ ਨਾਲ ਨਾਤਾ ਹੈ, ਸਾਨੂੰ ਸੰਸਾਰ ਦੇ ਪਦਾਰਥ ਚੰਗੇ ਲੱਗਦੇ ਆ, ਸਾਨੂੰ ਸੰਸਾਰ ਚੰਗਾ ਲੱਗਦਾ ਹੈ ਨਾ, ਉਹਨਾਂ ਚਿਰ ਅਸੀਂ ਗੁਰੂ ਚਰਨਾਂ ਨਾਲ ਨਹੀਂ ਜੁੜ ਸਕਦੇ। ਉਹਨਾਂ ਚਿਰ ਸਾਡੀ ਮਨ ਬਿਰਤੀ ਗੁਰੂ ਚਰਨਾਂ ਦੇ ਨਾਲ ਨਹੀਂ ਜੇ ਜੁੜਦੀ। ਉਸ ਚੀਜ਼ ਨੂੰ ਗੁਰੂ ਜੀ ਸਮਝਾਉਣ ਲੱਗੇ, ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਟੰਡੇ ਲੱਗੀ। ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਜਦੋਂ ਇਹ ਮੈਨੂੰ ਜਿਹੜੇ ਸਾਕ ਸੀਗੇ, ਸਾਕ ਦਾ ਭਾਵ ਕੀ ਹੈ? ਸੰਸਾਰੀ ਸੰਬੰਧ ਜਿਹੜੇ ਹੈ ਇਹ ਕੌੜੇ ਲੱਗਣ ਲੱਗੇ। ਤੇ ਕੌੜੇ ਉਦੋਂ ਲੱਗਣੇ ਜਦੋਂ ਸਾਨੂੰ ਗੁਰਬਾਣੀ ਦੀ ਸਮਝ ਆਉਣ ਲੱਗੀ। ਜਦੋਂ ਗੁਰਬਾਣੀ ਪੜ੍ਹਦਿਆਂ ਸਾਡੀ ਮਨ ਬਿਰਤੀ ਟਿਕ ਗਈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਨੂੰ ਸਮਝਾਉਣਾ ਕੀ ਚਾਹੁੰਦੇ ਆ, ਕਿ ਸੰਸਾਰ ਜਿਹੜਾ ਨਾ ਇਹ ਝੂਠ ਆ।
ਜਿੰਨਾ ਚਿਰ ਸਾਡੀ ਬਿਰਤੀ ਬਾਣੀ ਪੜ੍ਹਨ ਰਹੇ, ਆਪਾਂ ਪਾਠ ਕਰਨ ਰਹੇ ਹਾਂ, ਹੁਣ ਪੜ੍ਹਨ ਰਹੇ ਬਾਣੀ ਪਾਠ ਕਰਦੇ ਪਏ ਹਾਂ, ਪਰ ਸਾਡੇ ਅੰਦਰ ਖਿੱਚ ਕੀ ਹੈ? ਸੰਸਾਰ ਦੀ। ਵੀ ਫਲਾਣਾ ਕੰਮ ਤੇ ਮੇਰਾ ਬਣਿਆ ਕੋਈ ਨਹੀਂ, ਟਮਕਾਣਾ ਕੰਮ ਤੇ ਮੇਰਾ ਬਣਿਆ ਕੋਈ ਨਹੀਂ। ਉਹ ਜਿੰਨਾ ਚਿਰ ਸਾਡੀ ਮਨ ਬਿਰਤੀ ਉੱਥੇ ਰਹੂਗੀ, ਉਹਨਾਂ ਚਿਰ ਭਾਵੇਂ ਆਪਾਂ ਪਾਠ ਕਰਦੇ ਪਏ ਹਾਂ, ਗੁਰਬਾਣੀ ਪੜ੍ਹਦੇ ਪਏ ਹਾਂ, ਪਰ ਧਿਆਨ ਦੇਣਾ ਆਪ ਜੀ ਨੂੰ ਗੁਰਬਾਣੀ ਦੀ ਸੋਝੀ ਨਹੀਂ ਆਉਣੀ, ਸਮਝ ਨਹੀਂ ਲੱਗਣਾ ਗੁਰੂ ਜੀ ਨੇ ਕਿਹਾ ਕੀ। ਉਹਨਾਂ ਤਾਂ ਗੁਰੂ ਸਾਹਿਬਾਨ ਨੇ ਕਿਹਾ, ਕਹਿੰਦੇ ਐਸੀ ਬਿਰਤੀ ਬਣਾ, ਪਹਿਲਾਂ ਕੈਸੀ ਬਿਰਤੀ ਬਣਾ ਵੀ ਗੁਰਬਾਣੀ ਤੂੰ ਪੜ੍ਹੇ ਤੇ ਤੇਰਾ ਧਿਆਨ ਗੁਰੂ ਚਰਨਾਂ 'ਚ ਹੋਵੇ, ਤੇਰਾ ਧਿਆਨ ਸੰਸਾਰ 'ਚ ਨਾ ਹੋਵੇ। ਸੰਸਾਰ 'ਤੇ ਕੀ ਹੋ ਰਿਹਾ ਦੇਖੋ, ਤੁਹਾਡੇ ਨਾਲ ਹੋਣਾ ਉਹ ਕੁਛ ਹੀ ਹੈ ਜੋ ਤੁਹਾਡੇ ਭਾਗਾਂ 'ਚ ਲਿਖਿਆ। ਮਿਲਣਾ ਤੁਹਾਨੂੰ ਨਹੀਂ, ਲੇਖਣਾ ਮਿੱਟੀ ਹੈ ਸਖੀ, ਜੋ ਲਿਖਿਆ ਕਰਤਾਰ, ਜੋ ਤੁਹਾਡੇ ਭਾਗਾਂ 'ਚ ਲਿਖਿਆ ਤੁਹਾਨੂੰ ਮਿਲਣਾ। ਤੇ ਗੁਰੂ ਸਾਹਿਬਾਨ ਸਾਨੂੰ ਉਹ ਸਮਝਾਉਣ ਲੱਗੇ, ਕਹਿੰਦੇ ਐਸੀ ਬਿਰਤੀ ਵਿੱਚ ਪਹੁੰਚ। ਹੁਣ ਇਸ ਬਿਰਤੀ 'ਚ ਪਹੁੰਚਣ ਲਈ ਕਰਨਾ ਕੀ ਪਏਗਾ? ਠੀਕ ਹੈ, ਕਰਨਾ ਕੀ ਪਏਗਾ? ਗੁਰਬਾਣੀ 'ਚੋਂ ਆਪਾਂ ਪੜ੍ਹਦੇ 1429 ਅੰਗ ਦੇ ਉੱਤੇ ਦੋਹਰਾ ਪੜ੍ਹਦੇ ਆਪਾਂ, ਜੇ ਚਾਹੁੰਦਾ ਬਲ ਛੁਟਕਿਓ ਬੰਧਨ ਭਰੇ ਕਛੂ ਨਾ ਹੋਤ ਉਪਾਏ। ਹੁਣ ਬਲ ਛੁਟਕਿਓ, ਕਿਹੜਾ ਬਲ ਛੁੱਟ ਗਿਆ? ਕਿਹੜੀ ਤਾਕਤ ਛੁੱਟ ਗਈ ਸਾਡੇ ਕੋਲੋਂ? ਠੀਕ ਹੈ, ਅਸੀਂ ਗੁਰਬਾਣੀ ਪੜ੍ਹਦੇ ਸਾਂ, ਗੁਰਬਾਣੀ ਇੱਕ ਤਾਕਤ ਆ, ਪ੍ਰਕਾਸ਼ ਇੱਕ ਬਲ ਆ। ਕਿਹੜਾ ਬਲ ਆ? ਜਿਹੜਾ ਸਾਨੂੰ ਨਾਮ ਤੱਕ ਲਿਜਾਣ ਲਈ ਤਾਕਤ ਰੱਖਦਾ। ਗੁਰੂ ਦਾ ਉਪਦੇਸ਼ ਜਿਹੜਾ ਨਾ, ਦੇਖੋ ਆਪਾਂ ਨਾਮ ਨਾਲ ਜੁੜਨਾ ਚਾਹੁੰਦੇ ਹਾਂ, ਸੁੱਤ ਸ਼ਬਦ ਦਾ ਮਿਲਾਪ ਕਰਨਾ ਚਾਹੁੰਦੇ ਹਾਂ, ਹੁੰਦਾ ਨਹੀਂ, ਹੁੰਦਾ ਨਹੀਂ। ਕੀ ਕਹੀਦਾ? ਬਥੇਰਾ ਰੱਬ ਰੱਬ ਕਰੀਦਾ, ਬਥੇਰਾ ਵਾਹਿਗੁਰੂ ਵਾਹਿਗੁਰੂ ਕਰਦਾ, ਕੁਛ ਨਹੀਂ ਲੱਭਣ ਡਿਆ। ਕਿਉਂ ਨਹੀਂ ਲੱਭਣ ਡਿਆ? ਇਹਦਾ ਕਾਰਨ ਕੀ ਹੈ? ਕਾਰਨ ਸਿਰਫ ਇੰਨਾ ਹੈ ਕਿ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਪਏ ਸਾਂ, ਜਦੋਂ ਅਸੀਂ ਸਿਮਰਨ ਕਰਦੇ ਪਏ ਸਾਂ, ਉਦੋਂ ਸਾਡੀ ਸੋਚ, ਸਾਡੇ ਅੰਦਰ ਦੀ ਬਿਰਤੀ ਗੁਰੂ ਚਰਨਾਂ ਦੇ ਨਾਲ ਜੁੜੀ ਹੋਈ ਨਹੀਂ ਸੀ। ਸਾਡੇ ਅੰਦਰ ਪਤਾ ਕੀ ਸੀਗਾ? ਅਸੀਂ ਵਾਹਿਗੁਰੂ ਕਿਹਾ ਫਲਾਣਾ ਕੰਮ ਬਣ ਜਾਵੇ, ਵਾਹਿਗੁਰੂ ਕਿਹਾ ਫਲਾਣੀ ਚੀਜ਼ ਮਿਲ ਜਾਵੇ। ਜੀ ਨਹੀਂ, ਗੁਰੂ ਸਾਹਿਬਾਨ ਨੂੰ ਸਮਝਾਉਣ ਲੱਗੇ, ਕਹਿੰਦੇ ਉਹ ਭਾਈ ਦੁਨੀਆ ਰੱਬ ਰੱਬ ਕਰਦੀ ਫਿਰਦੀ ਹੈ, ਪਰ ਰੱਬ ਨਹੀਂ ਲੱਭਿਆ ਕਿਸੇ ਨੂੰ। ਰੱਬ ਉਹਨੂੰ ਲੱਭਦਾ ਕਿਹੜਾ? ਜਿਹੜਾ ਸ਼ਬਦ ਸੁੱਟ ਦਾ ਮਿਲਾਪ ਕਰਨ ਲੱਗਿਆ, ਸਭ ਤੋਂ ਪਹਿਲਾਂ ਗੁਰੂ ਦੀ ਤਾਕਤ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਸ਼ਬਦ ਨੂੰ ਕੋਲ ਰੱਖਦਾ ਹੈ। ਠੀਕ ਹੈ, ਕੋਲ ਰੱਖਦਾ ਹੈ। ਕਿਵੇਂ ਕੋਲ ਰੱਖਦਾ? ਹੁਣ ਆਪ ਜੀ ਨੇ ਗੁਰਬਾਣੀ 'ਚੋਂ ਪੜ੍ਹਿਆ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨ, ਪੜ੍ਹ ਲਿਆ, ਪਰ ਪੜ੍ਹਿਆ ਹੀ ਹੈ ਨਾ। ਮਾੜਾ ਜਿਹਾ ਕਿਤੇ ਦੁੱਖ ਆ ਗਿਆ ਤੇ ਆਪਾਂ ਭੱਜ ਉੱਠੇ, ਆਪਾਂ ਪਰਾਂ ਹੋ ਗਏ ਵੀ ਯਾਰ ਹੁਣ ਕੀ ਕਰੀਏ, ਦੁੱਖ ਆ ਗਿਆ। ਉਹ ਗੁਰੂ ਸਾਹਿਬ ਨੇ ਸੁੱਖ ਤੇ ਦੁੱਖ ਬਰਾਬਰ ਸਮਝਣੇ ਆ। ਇਹ ਤਾਕਤ ਸੀਗੀ ਕਿਹਦੀ? ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਕਤੀ ਸੀਗੀ, ਪ੍ਰਕਾਸ਼ ਸੀਗਾ। ਇਹ ਅਸੀਂ ਕੋਲ ਰੱਖਣਾ ਸੀ, ਫਿਰ ਤੁਹਾਨੂੰ ਸੁੱਤ ਸ਼ਬਦ ਦਾ ਮਿਲਾਪ ਕਰਨ ਲੱਗਿਆ ਸਪੋਰਟ ਮਿਲਣੀ ਸੀ, ਮਿਲੀ ਨਹੀਂ, ਕਿਉਂਕਿ ਆਪਾਂ ਬਲ ਛੁੱਟ ਕੇ ਬੰਧਨ ਭਰੇ। ਹੁਣ ਜਿਹਦੇ ਕੋਲ ਬਲ ਛੁੱਟ ਗਿਆ, ਕਹਿੰਦਾ ਭਾਵ ਜੋ ਗੁਰਬਾਣੀ ਪੜ੍ਹੀ ਉਹਦੀ ਵਿਚਾਰ ਨਹੀਂ ਕੀਤੀ, ਆਪਾਂ ਵਿਚਾਰ ਅੰਦਰ ਨਹੀਂ ਰੱਖੀਏ, ਤਾਕਤ ਛੁੱਟ ਗਈ ਹੈ। ਤੇ ਬੰਧਨ ਭਰੇ, ਕਿਹੜੇ ਬੰਧਨ? ਸਾਡੇ ਕਰਮਾਂ ਦੇ, ਸਾਡੀ ਮਾੜੀ ਸੋਚ ਦੇ ਬੰਧਨ ਪੈ ਜਾਣੇ, ਉਹ ਅੱਗੇ ਖੜੇ ਹੋ ਜਾਣੇ ਸਾਡੇ। ਤੇ ਕੀ ਹੋਏਗਾ? ਕਛੂ ਨਾ ਹੋ ਤੋ ਪਾਏ, ਕਹਿੰਦਾ ਫਿਰ ਕੋਈ ਉਪਾਅ ਨਹੀਂ ਹੋਣਾ। ਕਹਿੰਦਾ ਭਾਵ ਸਾਡੇ ਕੋਲ ਕੋਈ ਵੀ ਕਦਮ ਪਰਮਾਤਮਾ ਵਾਲੇ ਪਾਸੇ ਪੁੱਟਿਆ ਨਹੀਂ ਜਾਣਾ, ਸਭ ਵਿਖਾਵਾ ਹੀ ਹੈ। ਲੱਗੇ ਰਹੋ, ਬੈਠੇ ਰਹੋ। ਠੀਕ ਹੈ, ਹੁਣ ਆਪਾਂ ਬੈਠੇ ਤੇ ਹੈਗੇ ਆ, ਚੌਂਕੜਾ ਮਾਰਿਆ ਆਪਾਂ, ਕੋਈ ਅੱਧਾ ਘੰਟਾ ਬੈਠਾ, ਕੋਈ ਘੰਟਾ ਬੈਠਾ। ਉੱਪਰ ਵੱਡੀ ਗੱਲ ਤੇ ਆ ਵੀ ਅੱਧਾ ਘੰਟਾ ਤੇ ਬਹਿ ਲਿਆ ਆਪਾਂ, ਪਰ ਗੱਲ ਤੇ ਤਾਂ ਬਣਨੀ ਸੀ ਵੀ ਜਦੋਂ ਸਾਡੇ ਕੋਲ ਬਲ ਹੁੰਦਾ, ਤਾਕਤ ਕੋਲ ਹੁੰਦੀ ਸਾਡੇ ਕੋਲ। ਉਹ ਤਾਕਤ ਕਿੱਥੋਂ ਆਉਣੀ ਸੀ? ਦੇਖੋ ਗੁਰੂ ਅਮਰਦਾਸ ਮਹਾਰਾਜ ਜੀ ਪਤਾ ਕੀ ਕਹਿੰਦੇ? ਉਹਨਾਂ ਨੇ ਬੜੇ ਪਿਆਰ ਦੇ ਨਾਲ ਲਿਖਿਆ, ਕਹਿੰਦੇ ਮੈਂ ਗੁਰੂ ਅੰਗਦ ਦੇਵ ਮਹਾਰਾਜ ਦੀ ਸੰਗਤ ਵਿੱਚ ਬੈਠਾ। ਜਦੋਂ ਸੰਗਤ ਵਿੱਚ ਬੈਠਾ, 60 ਸਾਲ ਦੀ ਉਮਰ ਹੋ ਗਈ ਜਦੋਂ ਜਾ ਕੇ ਉਹਨਾਂ ਨੇ ਗੁਰੂ ਨੂੰ ਧਾਰਨ ਕੀਤਾ। ਤੇ ਗੁਰੂ ਸਾਹਿਬਾਂ ਦੇ ਚਰਨਾਂ 'ਚ ਗਏ, ਜਦੋਂ ਉਹ ਗਏ ਨਾ, ਤੇ ਉੱਥੇ ਸੰਗਤ ਕਰਦੇ ਰਹੇ ਤੋਂ ਦਾਤ ਲੈ ਕੇ ਆਏ। ਉਹਨਾਂ ਨੇ ਬਾਣੀ 'ਚ ਲਿਖਿਆ, ਕੀ ਲਿਖਿਆ ਹੈ? ਕਹਿੰਦੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਚੜਾਈ। ਹੁਣ ਧਿਆਨ ਦਿਓ, ਗੁਰੂ ਅੰਗਦ ਦੇਵ ਪਾਤਸ਼ਾਹ ਕਿਤੇ ਬੈਠੇ ਆ, ਗੁਰੂ ਅਮਰਦਾਸ ਮਹਾਰਾਜ ਕਿਤੇ ਬੈਠੇ ਆ। ਉਹ ਕਹਿੰਦੇ ਉਹ ਸਤਿਗੁਰ ਪਿਆਰਾ ਮੇਰੇ ਨਾਲ ਹੈ। ਕੌਣ ਨਾਲ ਹੈ? ਠੀਕ ਹੈ ਨਹੀਂ, ਇੱਥੇ ਫੜਨੀ ਗੱਲ ਨੂੰ। ਉਹਨਾਂ ਨੇ ਕਿਹਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਸਤਿਗੁਰ ਕਹਿੰਦੇ ਕਿਹਨੂੰ? ਸਤਿਗੁਰ ਤੇ ਉਪਦੇਸ਼ ਨੂੰ ਕਹਿੰਦੇ। ਜਦੋਂ ਆਪਾਂ ਪੰਕਤੀ ਪੜ੍ਹਦੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਹੁਣ ਧਿਆਨ ਦੇਣ ਵਾਲੀ ਗੱਲ ਆ, ਆਪਾਂ ਗੁਰੂ ਗ੍ਰੰਥ ਸਾਹਿਬ ਤੇ ਬਿਠਾ ਦਿੱਤਾ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਬੈਠੇ ਉਹ ਥਾਂ ਸੁਹਾਵਾ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਪਹਿਲਾਂ ਪੜ੍ਹੋ, ਉੱਥੇ ਲਿਖਿਆ ਜਿੱਥੇ ਜਾਏ ਬਹੇ ਮੇਰਾ, ਵਿੱਚ ਮੇਰਾ ਅੱਖਰ ਆਇਆ। ਉਹ ਮੇਰਾ ਤਾਕਤ ਜਿਹੜੀ ਹੈ ਨਾ, ਉਹ ਗੁਰੂ ਦੀ ਤਾਕਤ ਆ, ਉਹ ਗੁਰੂ ਦੀ ਆਪਣੀ ਅੰਦਰ ਦੀ ਖਿੱਚ ਆ। ਮੇਰਾ ਅੱਖਰ ਵਰਤਿਆ ਉਹਨਾਂ ਨੇ। ਉਹਨਾਂ ਪਤਾ ਕਿਆ? ਜਿੱਥੇ ਜਾਏ ਬਹੇ ਮੇਰਾ ਸਤਿਗੁਰੂ,
ਗੁਰੂ ਦਾ ਕੋਈ ਗੁਰੂ ਹੋਰ ਨਹੀਂ ਹੈਗਾ, ਗੁਰੂ ਦਾ ਕੋਈ ਗੁਰੂ ਹੋਰ ਨਹੀਂ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੈ। ਕੀ ਕਹਿਣ ਲੱਗੇ? ਕਹਿੰਦੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ। ਸਤਿਗੁਰੂ ਕਹਿੰਦੇ ਉਪਦੇਸ਼ ਨੂੰ। ਗੁਰੂ ਰਾਮਦਾਸ ਜੀ ਕਹਿੰਦੇ ਜਿਸ ਮਨ ਰੂਪੀ ਧਰਤੀ ਉੱਤੇ, ਜਿਸ ਮਨ ਰੂਪੀ ਕਮਰੇ ਅੰਦਰ ਇਹ ਮੇਰਾ ਉਪਦੇਸ਼ ਜਾ ਕੇ ਬਹਿ ਜਾਏਗਾ, ਇਹ ਮੇਰਾ ਉਪਦੇਸ਼ ਜਾ ਕੇ ਟਿਕ ਜਾਏਗਾ। ਤੇ ਕੀ ਹੋਏਗਾ? ਉਹ 'ਚ ਤਬਦੀਲੀ ਆਏਗੀ। ਕਿਹੜੀ ਤਬਦੀਲੀ ਆਏਗੀ? ਗੁਰੂ ਸਾਹਿਬਾਨ ਕਹਿਣ ਲੱਗੇ ਸੋ ਥਾਨ ਸੁਹਾਵਾ ਰਾਮ ਰਾਜੇ। ਕਹਿੰਦੇ ਉਹ ਥਾਂ ਸੋਹਣਾ ਹੋ ਜਾਏਗਾ। ਕਿਹੜਾ ਥਾਂ? ਉਹ ਮਨ, ਉਹ ਬਿਰਤੀ ਸੋਹਣੀ ਹੋ ਜਾਏਗੀ, ਜਿੱਥੇ ਇਹ ਉਪਦੇਸ਼ ਜਾ ਕੇ ਟਿਕ ਜਾਏਗਾ, ਜਿੱਥੇ ਇਹ ਉਪਦੇਸ਼ ਜਾ ਕੇ ਬਹਿ ਜਾਏਗਾ। ਸੋ ਥਾਨ ਸੁਹਾਵਾ ਰਾਮ ਰਾਜੇ। ਰਾਮ ਕੀ ਹੈ? ਪਰਮਾਤਮਾ। ਤੇ ਰਾਜੇ ਕਿਹਨੂੰ ਕਹਿੰਦੇ ਆ? ਰਾਜੇ ਕਹਿੰਦੇ ਰਜਾ ਚ ਆਉਣਾ। ਗੁਰੂ ਸਾਹਿਬਾਨ ਕਹਿਣ ਲੱਗੇ ਕਹਿੰਦੇ ਜਦੋਂ ਇਹ ਉਪਦੇਸ਼ ਜਾ ਕੇ ਅੰਦਰ ਟਿਕ ਜਾਏਗਾ, ਜਿਹਦੇ ਅੰਦਰ ਇਹ ਉਪਦੇਸ਼ ਜਾ ਕੇ ਬਹਿ ਜਾਏਗਾ, ਕਹਿੰਦੇ ਉਹਦੀ ਆਤਮਿਕ ਬਿਰਤੀ ਸੋਹਣੀ ਹੋ ਜਾਏਗੀ ਔਰ ਉਹਦੀ ਆਤਮਿਕ ਬਿਰਤੀ ਪਰਮਾਤਮਾ ਦੀ ਰਜਾ 'ਚ ਆ ਜਾਏਗੀ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸਾਡੇ ਅੰਦਰ ਟਿਕਦਾ ਨਹੀਂ ਹੈ, ਸਾਡੀ ਮਨ ਬਿਰਤੀ ਕਦੀ ਭਾਣੇ 'ਚ ਨਹੀਂ ਆ ਸਕਦੀ। ਜਿੰਨਾ ਚਿਰ ਨਹੀਂ ਟਿਕਦਾ ਨਾ, ਉਹਨਾਂ ਤਾਂ ਕਿਹਾ ਕਹਿੰਦੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਦੇਖੋ ਕਿੱਡੀ ਵੱਡੀ ਗੱਲ ਕੀ ਗੁਰੂ ਸਾਹਿਬਾਨ ਨੇ। ਕਹਿੰਦੇ ਉਹ ਜਿਹੜਾ ਉਪਦੇਸ਼ ਮੈਂ ਸੁਣ ਕੇ ਆਇਆ ਨਾ, ਕਿੱਥੋਂ? ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ 'ਚ ਬਹਿ ਕੇ। ਕਹਿੰਦੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੋ ਮੇਰੇ ਨਾਲ ਆ। ਇੱਥੋਂ ਕੀ ਇਸ਼ਾਰਾ ਕੀਤਾ ਉਹਨਾਂ ਨੇ? ਕਿ ਉਹ ਉਪਦੇਸ਼ ਮੈਂ ਨਾਲ ਲੈ ਕੇ ਆਇਆ, ਉਹ ਉਪਦੇਸ਼, ਉਹ ਗੁਰਬਾਣੀ, ਉਹ ਵਿਚਾਰ ਹੁਣ ਵੀ ਮੇਰੇ ਨਾਲ ਆ। ਤੇ ਮੈਨੂੰ ਫਰਕ ਹੀ ਪੈਣ ਰਿਹਾ? ਜਿੱਥੇ ਕਿੱਥੇ ਮੈਨੂੰ ਲੈ ਚੜਾਈ। ਕਿੱਥੋਂ? ਕਹਿੰਦੇ ਜਿਹੜੀ ਮੇਰੀ ਸੋਚ ਆ, ਜਿਹੜੀ ਮੇਰੀ ਬਿਰਤੀ ਹੈ। ਦੇਖੋ ਉਡਾਰੀ ਕਿਹਦੀ ਹੈ? ਸਰੀਰ ਦੀ ਕੋਈ ਉਡਾਰੀ ਨਹੀਂ ਹੈ। ਸਰੀਰ ਕੋਈ ਛਾਲਾ ਨਹੀਂ ਮਾਰਦਾ ਫਿਰਦਾ, ਠੀਕ ਹੈ ਨਹੀਂ। ਸਰੀਰ ਤੋਂ ਅਸੀਂ ਚੌਂਕੜਾ ਮਾਰ ਕੇ ਬਹਿ ਜਾਂਦੇ ਹਾਂ, ਸਰੀਰ ਤੋਂ ਚੌਂਕੜਾ ਮਾਰ ਕੇ ਆਪਾਂ ਬਹਿ ਜਾਂਦੇ। ਕੋਈ ਘਰ ਬਹਿ ਜਾਵੇ, ਕੋਈ ਗੁਰੂ ਘਰ ਆ ਕੇ ਬਹਿ ਜਾਈਦਾ। ਉਡਾਰੀ ਕਿਹਦੀ ਹੈ? ਸੋਚ ਦੀ। ਸੋਚ ਉਡਾਰੀਆਂ ਮਾਰਦੀ। ਕੀ ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ ਜੀ? ਕਹਿੰਦੇ ਜਿੱਥੇ ਕਿੱਥੇ ਮੈਨੂੰ ਲੈ ਚੜਾਈ। ਕਹਿੰਦੇ ਜਦੋਂ ਦਾ ਮੈਂ ਉਪਦੇਸ਼ ਲੈ ਕੇ ਆਇਆ ਨਾ ਗੁਰੂ ਦੇ ਕੋਲੋਂ, ਉਹ ਮੇਰੇ ਨਾਲ ਹੈ, ਮੈਂ ਕੋਲ ਰੱਖਿਆ। ਉਹਦੇ ਨਾਲ ਫਰਕ ਕੀ ਪਿਆ ਕਿ ਜਿਹੜੀ ਮੇਰੀ ਸੋਚ ਹੈ ਨਾ, ਜਿਹੜੀ ਮੇਰੇ ਅੰਦਰ ਦੀ ਤਾਂਘ ਆ, ਜਿਹੜੀ ਮੇਰੇ ਅੰਦਰ ਦੀ ਸੁਰਤ ਆ, ਉਡਾਰੀਆਂ ਮਾਰਦੀ ਸੀ। ਉਹ ਫਲਾਣੀ ਚੀਜ਼ ਵੇਖੀ, ਕਮਾਲ ਹੈ, ਮੇਰੀ ਹੋਣੀ ਚਾਹੀਦੀ। ਉਹ ਫਲਾਣੀ ਥਾਂ ਤੇ ਗਏ, ਕਮਾਲ ਹੈ ਯਾਰ, ਇੱਥੇ ਕੋਈ ਵਡਿਆਈ ਮਿਲਣੀ ਚਾਹੀਦੀ ਸੀ। ਕਹਿਣ ਲੱਗੇ ਫਿਰ, ਕਹਿੰਦੇ ਹੁਣ ਆਨੰਦ ਬੜਾ ਹੈ। ਉਹ ਗੁਰੂ ਦਾ ਉਪਦੇਸ਼ ਮੇਰੇ ਨਾਲ ਹੋਣ ਕਰਕੇ ਨਾ, ਜਦੋਂ ਮੇਰੀ ਸੋਚ ਉਡਾਰੀ ਮਾਰਦੀ ਹੈ ਨਾ, ਕੋਈ ਚੰਗੀ ਮਾੜੀ ਚੀਜ਼ ਵੱਲ ਵੇਖਦੀ, ਮੈਨੂੰ ਉਪਦੇਸ਼ ਚ ਡਾਲ ਲੈਂਦਾ। ਮੇਰੇ ਅੰਦਰੋਂ ਆਵਾਜ਼ ਆਉਂਦੀ ਆ ਕਿ ਉਹ ਛੱਡੋ ਭੋਲਿਆ, ਕੀ ਜੋ ਤਿਸ ਭਾਵੇ ਨਾਨਕਾ। ਸਹੀ ਗੱਲ, ਚੰਗੀ ਜੋ ਹੋ ਰਿਹਾ, ਵਧੀਆ ਹੋ ਰਿਹਾ। ਕਹਿੰਦਾ ਉਹ ਗੁਰੂ ਦੇ ਉਪਦੇਸ਼ ਦੀ ਤਾਕਤ ਆ, ਉਹ ਬਲ ਮੇਰੇ ਨਾਲ ਆ, ਉਹ ਬਲ ਮੈਨੂੰ ਬਚਾਉਣ ਰਿਹਾ, ਮੈਨੂੰ ਕਿਸੇ ਪਾਸੇ ਨਹੀਂ ਜਾਣ ਦਿੰਦਾ। ਕਿਉਂਕਿ ਮੈਨੂੰ ਉਹ ਪਕੜ ਲੈਂਦਾ ਬਲ, ਮੈਂ ਉੱਥੇ ਬਹਿ ਜਾਂਦਾ ਤੇ ਫਿਰ ਮੈਂ ਸ਼ਬਦ ਨਾਲ ਜੁੜਿਆ ਰਹਿਣਾ। ਤਾਂ ਹੀ ਉਹਨਾਂ ਨੇ ਕਿਹਾ ਬਲ ਛੁੱਟ ਕਿਉਂ ਬੰਧਨ ਪਰੇ ਕਛੂ ਨਾ ਹੋ ਤੋ ਪਾਏ। ਜਦੋਂ ਬਲ ਹੀ ਛੁੱਟ ਗਿਆ, ਤਾਕਤ ਹੀ ਸਾਡੇ ਹੱਥੋਂ ਨਿਕਲ ਗਈ। ਕਹਿੰਦਾ ਭਾਵ ਗੁਰਬਾਣੀ ਪੜ੍ਹੀ ਆਪਾਂ, ਹੁਣ ਧਿਆਨ ਨਾਲ ਪੜ੍ਹੋ। ਜਦੋਂ ਆਪਾਂ ਧਿਆਨ ਨਾਲ ਪੜਾਂਗੇ ਨਹੀਂ, ਉਹਨਾਂ 'ਚ ਸਾਡੀ ਗੱਲ ਨਹੀਂ ਬਣਨੀ। ਗੁਰੂ ਸਾਹਿਬਾਨ ਨੇ ਸਾਨੂੰ ਬੜੇ ਪਿਆਰ ਦੇ ਨਾਲ ਕਿਹਾ, ਕਹਿਣ ਲੱਗੇ ਜਿਹੜਾ ਬੰਦਾ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ, ਜਿਹੜਾ ਪੁਰਾਣੀ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ। ਬਾਣੀ 'ਚ ਲਿਖਿਆ 1418 ਅੰਗ ਦੇ ਉੱਤੇ ਕੀ ਲਿਖਿਆ? ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਨ ਸਜੂਰ ਨਾ ਆਖੀਨ, ਪਸ਼ੂ ਢੋਰ ਗਵਾਰ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ, ਕਹਿੰਦੇ ਕਿ ਜਿਹੜਾ ਪੁਰਾਣੀ ਇਸ ਸ਼ਬਦ ਦੀ ਵਿਚਾਰ ਨਹੀਂ ਕਰਦਾ, ਗੁਰਬਾਣੀ ਦੀ ਵਿਚਾਰ ਨਹੀਂ ਕਰਦਾ, ਤੇ ਵਿਚਾਰ ਕਰਕੇ ਆਪਣੇ ਅੰਦਰ ਸੁੱਤ ਸ਼ਬਦ ਦਾ ਮਿਲਾਪ ਕਰਕੇ ਪਰਮਾਤਮਾ ਦੀ ਅਰਾਧਨਾ ਨਹੀਂ ਕਰਦਾ, ਓਏ ਮਨ ਸਜੂਰ ਨਾ ਆਖੀਨ। ਇਹਦੇ ਉਹਨਾਂ ਦੀ ਗਿਣਤੀ ਮਨੁੱਖ ਜਾਮੇ 'ਚ ਨਹੀਂ ਕਰਨੀ। ਤੇ ਪਾਤਸ਼ਾਹ ਕੌਣ ਨੇ? ਤੇ ਮਨੁੱਖ ਨੇ। ਤੇ ਬੜੇ ਪਿਆਰ ਨਾਲ ਪਾਤਸ਼ਾਹ ਕਹਿਣ ਲੱਗੇ, ਇਹਨਾਂ ਦੀ ਜਿਹੜੀ ਬਿਰਤੀ ਹੈ, ਜਨਮ ਮਨੁੱਖ ਦਾ, ਪਰ ਬਿਰਤੀ ਪਸ਼ੂ ਢੋਰ ਗਵਾਰ। ਕਹਿੰਦੇ ਇੱਕ ਅਵਾਰਾ ਡੰਗਰ ਦੀ ਬਿਰਤੀ ਹੈ, ਕਿਉਂਕਿ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ, ਔਰ ਜੋ ਗੁਰਬਾਣੀ ਕਹਿੰਦੀ ਹੈ ਉਹ ਨਹੀਂ ਕੀਤਾ। ਇਸ ਚੀਜ਼ ਦੀ ਵਿਚਾਰ ਕਰਨੀ ਸੀ ਆਪਾਂ। ਜਿੰਨਾ ਚਿਰ ਵਿਚਾਰ ਨਹੀਂ ਨਾ ਕਰਾਂਗੇ, ਉਹਨਾਂ ਚਿਰ ਗੱਲ ਨਹੀਂ ਬਣਨੀ। ਤਾਂ ਉਹਨਾਂ ਨੇ ਕਿਹਾ, ਕਹਿਣ ਲੱਗੇ, ਕਹਿੰਦੇ ਬਲ ਛੁੱਟ ਕਿਉ ਬੰਧਨ ਪਰੇ ਕਛੂ ਨਾ ਹੋ ਤੋ ਪਾਏ। ਕਹਿੰਦਾ ਜਿਹਦੇ ਕੋਲੋਂ ਬਲ ਹੀ ਛੁੱਟ ਗਿਆ, ਕਹਿੰਦਾ ਭਾਵ ਕਿ ਗੁਰਬਾਣੀ ਪੜ੍ਹੀ ਹੈ, ਪਰ ਸਾਡੀ ਆਤਮਿਕ ਬਿਰਤੀ ਨੇ ਇਸ ਗੁਰਬਾਣੀ ਨੂੰ ਪਕੜਿਆ ਨਹੀਂ ਹੈ, ਉਪਦੇਸ਼ ਨੂੰ ਅੰਦਰ ਜਗ੍ਹਾ ਦਿੱਤੀ ਨਹੀਂ ਹੈ, ਰੱਖਿਆ ਨਹੀਂ ਅੰਦਰ। ਕਹਿੰਦੇ ਉਹਦੀ ਤਾਕਤ ਛੁੱਟ ਗਈ ਹੈ, ਉਹ ਬੰਧਨਾਂ 'ਚ ਪਏਗਾ। ਕਿਹੜੇ ਬੰਧਨਾਂ 'ਚ ਪਏਗਾ? ਜਦੋਂ ਸਾਡੇ ਕੋਲ ਗੁਰਬਾਣੀ ਦੀ ਸੋਚ ਪਰਾਂ ਹੋ ਜਾਂਦੀ ਆ, ਸਾਡੇ ਅੰਦਰ ਮਾੜੀ ਵਿਚਾਰ ਸ਼ੁਰੂ ਹੋ ਜਾਂਦੀ ਹੈ। ਫਲਾਣਾ ਕੰਮ ਨਹੀਂ ਬਣਿਆ,
ਟਮਕਾਣਾ ਕੰਮ ਨਹੀਂ ਬਣਿਆ, ਫਲਾਣੀ ਚੀਜ਼ ਨਹੀਂ ਮਿਲੀ, ਉਹ ਬੰਧਨਾਂ 'ਚ ਪੈ ਜਾਂਦਾ। ਤੇ ਕਛੂ ਨਾ ਹੋ ਤੋ ਪਾਏ, ਫਿਰ ਸਾਡੇ ਕੋਲ ਕੋਈ ਉਪਰਾਲਾ ਨਹੀਂ ਹੁੰਦਾ। ਕਹਿੰਦਾ ਪਰ ਸਾਡੇ ਕੋਲ ਸਿਮਰਨ ਨਹੀਂ ਹੁੰਦਾ, ਸਾਡਾ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ। ਫਿਰ ਗੁਰੂ ਸਾਹਿਬਾਨ ਕੀ ਕਹਿਣ ਲੱਗੇ, ਧਿਆਨ ਨਾਲ ਪੜ੍ਹਨਾ ਜਰਾ। ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋਤ ਉਪਾਏ। ਕਹਿੰਦਾ ਬਲ ਹੋਵਾ, ਜਿਹਦੇ ਕੋਲ ਤਾਕਤ ਹੈਗੀ ਹੈ, ਜਿਹਦੇ ਕੋਲ ਗੁਰੂ ਦਾ ਉਪਦੇਸ਼ ਅੰਦਰ ਟਿਕ ਗਿਆ ਹੈ, ਜਿਹਦੇ ਕੋਲ ਇਸ ਗੁਰਬਾਣੀ ਦੀ ਵਿਚਾਰ ਹੈਗੀ ਹੈ, ਬਲ ਹੋਵਾ ਬੰਧਨ ਛੁੱਟੇ। ਕਹਿੰਦਾ ਉਹਦੀ ਬਿਰਤੀ ਬੰਧਨਾਂ ਤੋਂ ਛੁੱਟ ਜਾਂਦੀ ਹੈ, ਉਹਦੇ ਅੰਦਰ ਮਾੜੇ ਵਿਚਾਰ ਨਹੀਂ ਚੱਲਦੇ, ਉਹਦੇ ਅੰਦਰ ਕੋਈ ਇਹੋ ਜਿਹੀ ਗੱਲਬਾਤ ਨਹੀਂ ਚੱਲਦੀ, ਕਿਉਂਕਿ ਉਹਦੇ ਅੰਦਰ ਤਾਕਤ ਹੈਗੀ ਉਹਦੇ ਕੋਲ। ਹੁਣ ਤੁਸੀਂ ਦੇਖੋ, ਸੋਚਣ ਵਾਲੀ ਗੱਲ ਹੈ। ਕੋਈ ਬੰਦਾ ਕਿਹਦੇ ਹਥਿਆਰ ਫੜਿਆ ਹੱਥ 'ਚ, ਆਪਾਂ ਡਰਦੇ ਹਾਂ, ਛੱਡ ਪਰਾਂ ਇਹਦੇ ਨਾਲ ਗੱਲ ਕਾਹਦੀ ਕਰਨੀ, ਕੀ ਗੱਲ ਹੋ ਗਈ, ਹੋ ਯਾਰ ਹਥਿਆਰ ਫੜੀ ਫਿਰਦਾ ਭਰਾਵਾ, ਐਵੇਂ ਪੰਗਾ ਲੈਣਾ। ਗੁਰੂ ਸਾਹਿਬਾਨ ਕਹਿੰਦੇ ਆ, ਕਹਿੰਦੇ ਜਦੋਂ ਸਾਡੇ ਅੰਦਰ ਗੁਰੂ ਦੇ ਸ਼ਬਦ ਦੀ ਵਿਚਾਰ ਚੱਲਦੀ ਹੈ ਨਾ, ਇਹ ਜਿਹੜੇ ਅੰਦਰ ਵਿਕਾਰ ਬੈਠੇ ਆ ਨਾ, ਉਹ ਡਰਦੇ ਪਰਾਂ ਹੋ ਜਾਂਦੇ ਆ। ਸਾਡੀ ਮਾੜੀ ਮੱਤ ਜਿਹੜੀ ਹੈ, ਮਾੜੀ ਸੋਚ ਜਿਹੜੀ ਹੈ, ਉਹ ਪਰਾਂ ਹੋ ਜਾਂਦੀ ਹੈ। ਕਿਹੜੀ ਗੱਲੋਂ? ਕਿਉਂਕਿ ਜਿੱਦਾਂ ਆਪਾਂ ਕਹਿੰਦੇ ਉਹਨੂੰ ਇੰਟਰਟੇਨ ਨਹੀਂ ਕਰਦਾ ਕੋਈ ਵੀ, ਉਹਨੂੰ ਪੁੱਛਦਾ ਕੋਈ ਨਹੀਂ। ਅਤੇ ਗੁਰੂ ਸਾਹਿਬਾਨ ਨੇ ਕਹਿੰਦੇ ਜਦੋਂ ਗੁਰਬਾਣੀ ਸਾਡੇ ਅੰਦਰ ਟਿਕਦੀ ਹੈ ਨਾ, ਜਦੋਂ ਸਾਡੇ ਅੰਦਰ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ, ਕਿਸ ਤਰ੍ਹਾਂ ਚੱਲਦਾ ਹੈ, ਵਿਚਾਰ ਚੱਲਦੀ ਹੈ ਨਾਲ ਨਾਲ, ਕਿ ਮੈਨੂੰ ਗੁਰੂ ਜੀ ਨੇ ਆਹ ਗੱਲ ਕਹੀ ਹੈ, ਮੈਨੂੰ ਗੁਰੂ ਜੀ ਨੇ ਆਹ ਗੱਲ ਕਹੀ ਹੈ। ਜਿੰਨਾ ਚਿਰ ਵਿਚਾਰ ਨਹੀਂ ਹੈ, ਹੁਣ ਦੇਖੋ ਆਪ ਜੀ ਨੇ, ਗੁਰੂ ਸਾਹਿਬਾਨ ਨੇ ਇੱਕ ਜਗ੍ਹਾ 'ਤੇ ਕਿਹਾ, ਗੁਰੂ ਸਾਹਿਬਾਨ ਨੇ ਅੰਤ ਕਾਲ ਜੋ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਵੱਲ ਵੱਲ ਉਤਰੇ। ਹੁਣ ਆਪਾਂ ਹੌਲੀ ਜੀ ਕਹਿ ਦੇਣਾ ਵੀ ਜਿਹੜਾ ਬੰਦਾ ਲక్ష్ਮੀ ਵੱਲ ਧਿਆਨ ਕਰਦਾ ਮਰੂਗਾ ਨਾ, ਅਗਲਾ ਜਾਮਾ ਤਿਆਰ ਹੈ। ਕਿਹੜਾ? ਸੱਪ ਦਾ। ਕਹਿੰਦਾ ਉਹ ਸੱਪ ਦੇ ਜਾਮੇ ਜਾਊਗਾ। ਉਹ ਗੁਰੂ ਪਿਆਰਿਓ, ਕੀ ਤੁਸੀਂ ਕਦੀ ਵਿਚਾਰਿਆ ਕਿ ਗੁਰੂ ਸਾਹਿਬਾਨ ਨੇ ਇਹੋ ਜਿਹੀ ਕੋਈ ਗੱਲ ਨਹੀਂ ਕਿ ਅਗਲਾ ਜਾਮਾ ਕਿਹੜਾ ਮਿਲਣਾ, ਕਿਤੇ ਲਿਖਿਆ ਹੀ ਹੈ ਨਹੀਂ, ਲਿਖਿਆ ਕਿਤੇ ਨਹੀਂ, ਕਿਤੇ ਲਿਖਿਆ ਤਾਂ ਆਪੇ ਤਾਂ ਪੜ੍ਹਨ ਰਹੇ ਹੋ। ਠੀਕ ਹੈ, ਅੰਤ ਕਾਲ ਜੋ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਵੱਲ ਵੱਲ ਉਤਰੇ। ਲਿਖਿਆ ਤਾਂ ਹੈ, ਇਹ ਖਾਲਸਾ 'ਚ ਇੱਕ ਪੰਕਤੀ ਲਿਖੀ ਹੈ, ਉਹ 'ਚ ਲਿਖਿਆ ਹੈ, ਇੱਥੇ ਨਾਮੋਂ ਭੁੱਲਿਆ ਫਿਰ ਹੱਥ ਕਥਾਊ ਨਾ ਪਾਏ, ਜੋਨੀ ਸਭ ਭੁਆਈਨ ਬਿਸਟਾ ਮਾਹੇ ਸਮਾਏ। ਗੁਰੂ ਸਾਹਿਬਾਨ ਕਹਿੰਦੇ ਜਿਹੜਾ ਐਸ ਜਾਮੇ 'ਚ ਨਾਮ ਤੋਂ ਭੁੱਲ ਗਿਆ, ਜਿਹਦੀ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋਇਆ, ਇੱਥੇ ਨਾਮੋਂ ਭੁੱਲਿਆ ਫਿਰ ਹੱਥ ਕਥਾਊ ਨਾ ਪਾਏ। ਕਹਿੰਦਾ ਫਿਰ ਕਿਸੇ ਜਨਮ ਵਿੱਚ ਹੱਥ ਨਹੀਂ ਪੈਣਾ। ਕਹਿੰਦਾ ਪਰ ਤੈਨੂੰ ਮੌਕਾ ਨਹੀਂ ਮਿਲਣਾ, ਜੋਨੀ ਸਭ ਭੁਆਈਨ, ਸਾਰੀਆਂ ਜੋਨਾਂ ਦੁਬਾਰਾ ਘੁਮਾਇਆ ਜਾਏਗਾ, ਬਿਸਤਾ ਮਾਏ ਸਮਾਏ, ਨਰਕਾਂ 'ਚ ਪਿਆ ਰਹੇਗਾ। ਨਰਕ ਕੀ ਹੈ? ਜੰਮਣਾ ਤੇ ਮਰਨਾ ਨਰਕ ਹੈ। ਠੀਕ ਹੈ, ਸੋ ਫਿਰ ਧਿਆਨ ਦਈਏ ਗੁਰੂ ਸਾਹਿਬਾਨ ਕੀ ਕਹਿਣਾ ਚਾਹੁੰਦੇ ਆ। ਅੰਤ ਕਾਲ ਜੋ ਲక్ష్ਮੀ ਸਿਮਰੇ। ਹੁਣ ਅੰਤ ਕਾਲ ਨੂੰ ਆਪਾਂ ਪਤਾ ਕਿੱਥੇ ਲੈ ਲਿਆ? ਆਖਰੀ ਸਵਾਸ ਤੱਕ। ਕਹਿੰਦਾ ਜਿਹੜਾ ਬੰਦਾ ਆਖਰੀ ਸਵਾਸ ਵਿੱਚ ਲక్ష్ਮੀ ਵੱਲ ਧਿਆਨ ਕਰਦਾ ਮਰਦਾ ਹੈ। ਗੁਰੂ ਪਿਆਰਿਓ, ਆਖਰੀ ਸਵਾਸ ਦੀ ਗੱਲ ਨਹੀਂ ਹੈ, ਉੱਥੇ ਲਿਖਿਆ ਅੰਤ ਫਿਰ ਕਾਲ। ਅੰਤ ਪਤਾ ਕਿਹਨੂੰ ਕਹਿੰਦੇ ਆ? ਸਮਾਪਤੀ ਨੂੰ। ਤੇ ਕਾਲ ਕਿਹਨੂੰ ਕਹਿੰਦੇ ਆ? ਸਮੇਂ ਨੂੰ। ਠੀਕ ਹੈ, ਤੇ ਲక్ష్ਮੀ ਕਿਹਨੂੰ ਕਹਿੰਦੇ ਆ? ਮਾਇਆ ਨੂੰ, ਸੰਸਾਰ ਨੂੰ। ਸਿਮਰੇ ਕਿਹਨੂੰ ਕਹਿੰਦੇ ਆ? ਚੇਤੇ ਕਰਨਾ, ਧਿਆਨ 'ਚ ਲਿਆਉਣਾ। ਗੁਰੂ ਸਾਹਿਬਾਨ ਕਹਿਣ ਲੱਗੇ ਅੰਤ ਕਾਲ ਜੋ ਲక్ష్ਮੀ ਸਿਮਰੇ, ਇਸ਼ਾਰਾ ਕਰਦੇ ਆ, ਕਹਿੰਦੇ ਮਨਾ 84 ਦੇ ਗੇੜ 'ਚ ਪਰਮਾਤਮਾ ਨੇ ਤੈਨੂੰ ਪਾਇਆ। ਕਹਿੰਦਾ ਜੀ ਠੀਕ ਹੈ। ਕਹਿੰਦਾ ਫਿਰ ਧਿਆਨ ਦੇਈਂ, 84 ਦੇ ਗੇੜ ਵਿੱਚ ਪਾ ਕੇ ਤੈਨੂੰ ਇੱਕ ਸਮਾਂ ਦਿੱਤਾ ਵੀ ਇੰਨਾ ਚਿਰ ਤੂੰ 84 ਦੇ ਗੇੜ ਵਿੱਚ ਰਵੇਂਗਾ। ਐਸ ਜਨਮ ਤੋਂ ਪਹਿਲਾਂ, ਮਨੁੱਖ ਜਨਮ ਤੋਂ ਪਹਿਲਾਂ ਤੈਨੂੰ ਕਿਸੇ ਜਾਮੇ ਦੇ ਅੰਦਰ ਉਸ ਸਮੇਂ ਦੀ ਸਮਾਪਤੀ ਕਰਨ ਦਾ ਮੌਕਾ ਨਹੀਂ ਮਿਲਿਆ। ਐਸ ਸਰੀਰ 'ਚ ਕੀ ਲੈਣ ਆਇਆ? ਅੰਤ ਕਾਲ। ਐਸ ਸਰੀਰ ਵਿੱਚ ਉਸ ਸਮੇਂ ਦਾ ਅੰਤ ਕਰਨਾ ਹੈ, ਸਮਾਪਤੀ ਕਰਨਾ ਹੈ 84 ਦੇ ਗੇੜ ਦੀ। ਇੱਥੋਂ ਹੀ ਜਨਮ ਦੇ ਅੰਦਰ 84 ਦਾ ਗੇੜਾ ਖਤਮ ਹੋ ਸਕਦਾ ਹੈ, ਹੋਰ ਕਿਸੇ ਸਰੀਰ ਦੇ ਅੰਦਰ 84 ਦਾ ਗੇੜਾ ਖਤਮ ਨਹੀਂ ਹੋ ਸਕਦਾ। ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੇ। ਗੁਰੂ ਜੀ ਕਹਿੰਦੇ ਮਨੁੱਖ ਸਰੀਰ ਦੇ ਵਿੱਚ ਸਮਾਪਤੀ ਕਰਨਾ ਹੈ, ਅਸੀਂ ਤੂੰ 84 ਦੇ ਗੇੜ ਦੀ। ਇੱਥੇ ਵੀ ਮਾਇਆ ਨੂੰ ਹੀ ਧਿਆਨ 'ਚ ਰੱਖ ਕੇ ਬੈਠਾ ਹੈ, ਸੰਸਾਰ ਨੂੰ ਧਿਆਨ 'ਚ ਰੱਖ ਕੇ ਬੈਠਾ ਹੈ। ਕਹਿੰਦਾ ਹਾਂਜੀ। ਕਹਿੰਦਾ ਫਿਰ ਤੇਰਾ ਹਾਲ ਪਤਾ ਕੀ ਹੋਊ? ਕਹਿੰਦੇ ਕੀ ਹੋਊ? ਕਹਿੰਦੇ ਐਸੀ ਚਿੰਤਾ ਮੈਂ ਜੇ ਮਰੇ। ਕਹਿੰਦਾ ਇਸੇ ਚਿੰਤਾ ਦੇ ਅੰਦਰ ਹੀ ਕਿਤੇ ਤੂੰ ਇਹ ਗੱਲ ਬਣ ਗਈ ਨਾ, ਕੀ ਹੋਇਆ ਵੀ ਤੂੰ ਇਸੇ ਅਵਸਥਾ ਵਿੱਚ ਹੀ ਫਸਿਆ। ਮਰੇ ਦਾ ਭਾਵ ਪਤਾ ਕਿੱਥੇ? ਇੱਥੇ ਮਰੇ ਦਾ ਭਾਵ ਹੈ ਬੇਮੁਖ ਹੋਣਾ। ਕਹਿੰਦਾ ਇਸੇ ਚਿੰਤਾ 'ਚ ਤੂੰ ਪਰਮਾਤਮਾ ਦਾ ਅਗਰ ਬੇਮੁਖ ਰਿਹਾ ਨਾ, ਤੇ ਕੀ ਹੋਏਗਾ? ਸਰਪ ਜੋਨ ਵੱਲ ਵੱਲ ਉਤਰੇ। ਸਰਪ ਜੋਨ ਅੱਖਰ ਕਿਉਂ ਵਰਤਿਆ? ਸਰਪ ਜੋਨ ਤਾਂ ਅੱਖਰ ਵਰਤਿਆ, ਜਿਹੜਾ ਸੱਪ ਆ ਉਹ ਉਡਾਰੀ ਨਹੀਂ ਭਰਦਾ, ਉਹ ਧਰਤੀ 'ਤੇ ਰੇਂਗਦਾ ਹੈ। ਤੇ ਗੁਰੂ ਸਾਹਿਬਾਨ ਕਹਿਣ ਲੱਗੇ ਸਰਪ ਜੋਨ ਵੱਲ ਵੱਲ ਉਤਰੇ। ਕਹਿਣ ਲੱਗੇ ਤੇਰੀ ਜਿਹੜੀ ਬਿਰਤੀ ਹੈ ਨਾ, ਸੱਪ ਜੋਨ ਵੱਲ ਚੱਲ ਜੂਗੀ। ਕਹਿੰਦਾ ਭਾਵ ਤੇਰੀ ਬਿਰਤੀ ਸੱਪ ਵਾਂਗੂ ਬਣ ਜੂਗੀ। ਜਿੱਦਾਂ ਸੱਪ ਉਡਾਰੀ ਨਹੀਂ ਭਰਦਾ, ਤੇਰੀ ਵੀ ਬਿਰਤੀ ਉਡਾਰੀ ਭਰ ਕੇ ਦਸਮ ਦੁਆਰ 'ਚ ਨਹੀਂ ਜਾ ਸਕਦੀ।
ਉੱਚੀ ਨਹੀਂ ਹੋ ਸਕਦੀ। ਇੱਥੇ ਫਸਿਆ ਰਹੇਗਾ ਜੇ ਤੂੰ ਐਸ ਜਾਮੇ ਦੇ ਅੰਦਰ ਨਾਮ ਸਿਮਰਨ ਨਹੀਂ ਕਰਦਾ, ਜੇ ਤੂੰ ਸੰਸਾਰ 'ਚ ਹੀ ਫਸਿਆ ਰਿਹਾ, ਸੰਸਾਰ ਵਾਲੀ ਧਿਆਨ ਲਾ ਕੇ ਬੈਠਾ ਰਿਹਾ। ਵਿਚਾਰ ਕਰਨੀ ਹੈ, ਜਿੰਨਾ ਚਿਰ ਵਿਚਾਰ ਨਹੀਂ ਕਰਾਂਗੇ ਨਾ ਉਹਨਾਂ ਚਿਰ ਸਾਡੀ ਗੱਲ ਨਹੀਂ ਬਣਨੀ। ਤਾਂ ਗੁਰੂ ਸਾਹਿਬਾਨ ਨੇ ਕਿਹਾ ਆਪ ਜੀ ਨੂੰ, ਕਹਿਣ ਲੱਗੇ ਵੀ ਦੇਖ ਐਸੀ ਬਿਰਤੀ ਬਣਾ, ਐਸੀ ਬਿਰਤੀ ਬਣਾ ਕਿ ਭਗਤ ਨਾਮਦੇਵ ਜੀ ਕਹਿਣ ਲੱਗੇ ਹੋ ਦਿਆਲ ਸਤਿਗੁਰ ਮੇਲ ਤੂੰ ਮੁਖ। ਕਹਿੰਦੇ ਪਰਮਾਤਮਾ ਦਿਆ ਦੇ ਘਰ ਵਿੱਚ ਆ ਤੇ ਮੈਨੂੰ ਸਤਿਗੁਰ ਨੂੰ ਮਿਲਾ। ਮਿਲਾ ਦਾ ਮਤਲਬ ਕੀ ਹੈ ਕਿ ਮੇਰੀ ਬਿਰਤੀ ਤੇ ਗੁਰੂ ਦੀ ਬਿਰਤੀ ਇੱਕ ਜਿਹੀ ਹੋ ਜਾਵੇ, ਸੋਚ ਮਿਲ ਜਾਵੇ। ਗੁਰੂ ਨੂੰ ਮਿਲਣਾ ਕੀ ਹੈ, ਸਾਡੀ ਸੋਚ ਗੁਰੂ ਦੀ ਸੋਚ ਵਰਗੀ ਹੋ ਜਾਵੇ। ਇਹ ਨਹੀਂ ਮਤਲਬ ਆਪਾਂ ਗੁਰੂ ਦੇ ਲੜ ਤੇ ਆਪਾਂ ਲੱਗ ਗਏ, ਠੀਕ ਹੈ, ਪਰ ਸਾਡੀ ਸੋਚ ਨਹੀਂ ਹੈ ਜੀ ਉੱਦਾਂ ਦੀ ਹੋਈ। ਸਾਡੀ ਸੋਚ ਕੁਛ ਆ, ਗੁਰੂ ਦੀ ਸੋਚ ਕੁਛ ਆ, ਠੀਕ ਆ। ਤਾਈਆਂ ਉਹਨਾਂ ਨੇ ਲਿਖਿਆ, ਕਹਿੰਦੇ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਸਿਆ ਆਏ। ਕਹਿੰਦਾ ਜਿੱਦਣ ਸਾਡਾ ਸਤਿਗੁਰ ਨਾਲ ਮਿਲਾਪ ਹੁੰਦਾ ਹੈ ਤਾਂ ਉਸ ਮਿਲਾਪ ਦੀ ਨਿਸ਼ਾਨੀ ਕੀ ਹੈ, ਧਾਵਤ ਥੰਮਿਆ। ਧਾਵਤ ਕਿਹਨੂੰ ਕਹਿੰਦੇ, ਭਟਕਣਾ। ਥੰਮਿਆ ਕਿਹਨੂੰ ਕਹਿੰਦੇ, ਰੁਕ ਜਾਣਾ। ਕਹਿੰਦੇ ਸਾਡੇ ਮਨ ਦੀ ਜਿਹੜੀ ਭਟਕਣਾ ਨਾ ਉਹ ਰੁਕ ਜਾਂਦੀ ਹੈ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਜਦੋਂ ਇਹ ਮਨ ਦੀ ਭਟਕਣਾ ਰੁਕ ਜਾਂਦੀ ਹੈ ਤੇ ਸਮਝ ਲਾ ਕਿ ਸਾਡਾ ਗੁਰੂ ਨਾਲ ਮਿਲਾਪ ਹੋ ਗਿਆ। ਜੇ ਸਾਡੇ ਮਨ ਦੀ ਭਟਕਣਾ ਰੁਕੀ ਨਹੀਂ, ਸਾਡੇ ਮਨ ਵਿੱਚ ਇਹੀ ਰਿਹਾ ਵੀ ਨਹੀਂ ਯਾਰ ਫਲਾਣਾ ਕੰਮ ਨਹੀਂ ਬਣਿਆ, ਚਮਕਾਣਾ ਕੰਮ ਨਹੀਂ ਬਣਿਆ, ਫਲਾਣੀ ਚੀਜ਼ ਨਹੀਂ ਮਿਲੀ। ਕਿਉਂ? ਸਾਡੀ ਮਨ ਬਿਰਤੀ ਤਾਂ ਇੱਦਾਂ ਦੀ ਬਣਦੀ ਪਈ ਆ ਕਿਉਂਕਿ ਅਸੀਂ ਕੀ ਕਰਦੇ ਹਾਂ। ਗੁਰੂ ਸਾਹਿਬਾਨ ਨੇ ਕਹਿਣ ਲੱਗੇ, ਕਹਿੰਦੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਅਸੀਂ ਬੱਧੇ ਰੁੱਤੇ ਚੱਟੀ ਭਰਦੇ ਹਾਂ। ਕਿੱਦਾਂ? ਠੀਕ ਹੈ, ਨਿਤਨੇਮ ਕਰਨਾ ਕਰਨਾ, ਗੁਰੂ ਘਰ ਜਾਣਾ ਹੈ ਜਾਣਾ ਹੈ, ਮੱਥਾ ਟੇਕ ਕੇ ਆਉਣਾ ਹੈ ਜਾਣਾ ਹੈ, ਚਲੀਏ ਜੀ ਨਹੀਂ। ਬੱਧੇ ਚੱਟੀ ਨਹੀਂ ਭਰਨੀ, ਖੁਸ਼ੀ ਨਾਲ ਜਾਣਾ, ਛੇਤੀ ਖੁਸ਼ੀ ਸਵਾਰੀ ਨਾਨਕ ਕਾਰਜ ਸਾਰ। ਗੁਰੂ ਸਾਹਿਬਾਨ ਕਹਿਣ ਲੱਗੇ, ਕਹਿਣ ਲੱਗੇ ਆਪਣੀ ਖੁਸ਼ੀ ਨਾਲ। ਖੁਸ਼ੀ ਦਾ ਭਾਵ ਕੀ ਹੈ? ਖੁਸ਼ੀ ਕਦੋਂ ਆਉਣੀ ਹੈ? ਜਦੋਂ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਸਾਡੀ ਮਨ ਬਿਰਤੀ ਵਿੱਚ ਇਹ ਚੀਜ਼ ਟਿਕ ਗਈ ਨਾ ਕਿ ਮੇਰੀ ਕੋਈ ਤਾਕਤ ਨਹੀਂ ਹੈ, ਜੋ ਪਰਮਾਤਮਾ ਨੇ ਕਰਨਾ ਮੇਰੇ ਨਾਲ ਉਹ ਕੁਝ ਹੋਣਾ। ਜਿੱਦਣ ਮੇਰੀ ਮਨ ਬਿਰਤੀ ਇਸ ਅਵਸਥਾ 'ਚ ਚਲੀ ਗਈ, ਫਿਰ ਮੇਰੇ ਮਨ 'ਚ ਇੱਕ ਖੇੜਾ ਚਾਹ ਪੈਦਾ ਹੋਣਾ ਕਿ ਵੀ ਆਪਾਂ ਗੁਰਬਾਣੀ ਨੂੰ ਸਮਝਣਾ ਔਰ ਜੋ ਗੁਰਬਾਣੀ ਕਹਿੰਦੀ ਹੈ ਆਪਾਂ ਉਹ ਕਰਨਾ ਹੈ। ਇਹ ਉਦੋਂ ਬਿਰਤੀ ਬਣਨੀ ਹੈ ਤੇ ਉਦੋਂ ਉਸ ਅਵਸਥਾ 'ਚ ਪਹੁੰਚਿਆ ਜਾਣਾ ਜਦੋਂ ਸਾਡੀ ਮਨ ਬਿਰਤੀ ਦੇ ਅੰਦਰ ਇਹ ਚੀਜ਼ ਬਣੀ ਕਿ ਮੈਂ ਜੋ ਗੁਰੂ ਜੀ ਮੈਨੂੰ ਕਹਿੰਦੇ ਪਏ ਆ ਉਹਦੇ ਪਾਣੇ 'ਚ ਆਉਣਾ ਪੈਣਾ ਪਹਿਲਾਂ। ਜੇ ਆਪਾਂ ਪਾਣੇ 'ਚ ਨਹੀਂ ਆਏ, ਜੇ ਆਪਾਂ ਉਸ ਅਵਸਥਾ 'ਚ ਨਹੀਂ ਆਏ, ਜੇ ਆਪਾਂ ਉਸ ਲੈਵਲ 'ਚ ਨਹੀਂ ਗਏ, ਸਾਡੀ ਗੱਲ ਨਹੀਂ ਬਣਨੀ, ਠੀਕ ਹੈ। ਸਾਡਾ ਫਰਜ਼ ਕੀ ਬਣਦਾ ਹੈ, ਸਾਡੀ ਅਵਸਥਾ ਕੀ ਬਣਦੀ ਹੈ ਕਿ ਜਦੋਂ ਗੁਰਬਾਣੀ ਪੜ੍ਹਦੇ ਪਏ ਹਾਂ, ਗੁਰਬਾਣੀ ਪੜ੍ਹਦੇ ਵਕਤ ਸਾਡੇ ਮਨ ਬਿਰਤੀ ਅੰਦਰ ਸਭ ਤੋਂ ਪਹਿਲਾਂ ਆਪਾਂ ਇੱਕ ਚੀਜ਼ ਟੇਕ ਲੈਣੀ ਹੈ, ਠੀਕ ਹੈ। ਦੇਖੋ ਕੱਲ੍ਹ ਇੱਕ ਗੁਰਸਿੱਖ ਪਿਆਰੇ ਬੱਚੇ ਨੇ ਪੁੱਛਿਆ ਕਿ ਮੱਥਾ ਟੇਕ ਕੇ ਪਰਿਕਰਮਾ ਕਿਉਂ ਕਰਦੇ ਆ। ਬੜੇ ਪਿਆਰ ਵਾਲੀ ਗੱਲ ਬੱਚੇ ਨੇ ਪੁੱਛੀ। ਉਹਨੂੰ ਸਮਝਾਇਆ ਕਿ ਪੁੱਤ ਮੱਥਾ ਟੇਕਣਾ ਕਿਹਨੂੰ ਕਹਿੰਦੇ ਆ, ਮੱਥਾ ਮੱਤ ਨੂੰ ਕਹਿੰਦੇ ਆ, ਠੀਕ ਹੈ। ਪਹਿਲਾਂ ਆਪਣੀ ਮੱਤ ਗੁਰੂ ਚਰਨਾਂ ਅੱਗੇ ਰੱਖਣੀ ਹੈ ਕਿ ਮੱਤ ਟੇਕ ਦਿੱਤੀ ਹੈ, ਠੀਕ ਹੈ। ਮੱਥਾ ਟੇਕਦਾ ਮੱਤ ਟਿਕ ਜਾਣਾ। ਜਦੋਂ ਮੱਤ ਟਿਕ ਜਾਏ ਫਿਰ ਪਰਿਕਰਮਾ ਕੀਤੀ ਹੈ। ਕੱਲ੍ਹ ਹੀ ਕੀਤੀ ਹੈ ਕਿ ਗੁਰੂ ਕਿਰਪਾ ਕਰਿਓ, ਹੁਣ ਜੇ ਮੇਰੀ ਮੱਤ ਤੁਹਾਡੇ ਚਰਨਾਂ 'ਚ ਟਿਕ ਗਈ ਹੈ ਨਾ, ਇਹ ਮੇਰੀ ਮੱਤ ਤੁਹਾਡੇ ਦੁਆਲੇ ਹੀ ਘੁੰਮਦੀ ਰਹੇ, ਕਿਤੇ ਹੋਰ ਨਾ ਜਾਵੇ। ਇਹ ਮੇਰੇ 'ਤੇ ਕਿਰਪਾ ਕਰ ਦਿਓ। ਇਹ ਨਾ ਹੋਵੇ ਕਿਤੇ ਮੈਂ ਮੱਥਾ ਟੇਕਿਆ ਆਪ ਜੀ ਨੂੰ ਅਤੇ ਮੱਤ ਮੇਰੀ ਫਿਰ ਵੀ ਸੰਸਾਰ 'ਚ ਹੀ ਫਿਰਦੀ ਰਹੇ ਅਤੇ ਫਾਇਦਾ ਕੀ। ਇਹ ਕਿਰਪਾ ਮੇਰੇ 'ਤੇ ਕਰਿਓ ਕਿ ਮੈਂ ਮੱਥਾ ਆਪ ਜੀ ਨੂੰ ਟੇਕਿਆ ਹੈ, ਆਪ ਦੇ ਚਰਨਾਂ 'ਚ ਮੈਂ ਸੀਸ ਭੇਟ ਕੀਤਾ ਹੈ, ਕਿਉਂਕਿ ਮੱਥਾ ਮੱਤ ਨੂੰ ਕਹਿੰਦੇ ਆ, ਠੀਕ ਹੈ। ਤੁਹਾਡੇ ਚਰਨਾਂ 'ਚ ਮੈਂ ਮੱਤ ਆਪਣੀ ਰੱਖ ਦਿੱਤੀ ਹੈ। ਤਾਈਆਂ ਤੇ ਗੁਰੂ ਸਾਹਿਬਾਨ ਨੇ ਕਿਹਾ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਹੈ ਕਾਰਜ ਰਾਸ। ਜਿਹੜਾ ਆਪਣਾ ਮਨ ਵੇਚ ਦਿੰਦਾ, ਆਪਣੀ ਮੱਤ ਵੇਚ ਦਿੰਦਾ, ਗੁਰੂ ਚਰਨਾਂ 'ਚ ਭੇਟ ਕਰ ਦਿੰਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਕੁਝ ਵੀ ਕਰਨ ਜੋਗਾ ਨਹੀਂ ਹਾਂ, ਮੇਰੇ ਵਾਸਤੇ 'ਚ ਕੁਛ ਨਹੀਂ ਹੈ, ਸਭ ਕੁਝ ਆਪ ਜੀ ਨੇ ਕਰਾਉਣਾ ਹੈ। ਆਪ ਜੀ ਕਿਰਪਾ ਕਰੋ, ਆਪ ਜੀ ਚਰਨੀ ਲਾਓ, ਆਪ ਜੀ ਸਭ ਕੁਛ ਕਰੋ। ਫਿਰ ਗੁਰੂ ਸਾਹਿਬਾਨ ਕਹਿਣ ਲੱਗੇ ਭਾਈ ਜਿੱਦਣ ਤੇਰੀ ਇਹ ਬਿਰਤੀ ਬਣ ਜਾਊਗੀ, ਐਸੀ ਬਿਰਤੀ ਵਿੱਚੋਂ ਫਿਰ ਤੇਰੇ ਅੰਦਰੋਂ ਆਵਾਜ਼ ਨਿਕਲੂਗੀ ਕਿ ਪਾਰ ਉਤਾਰੇ ਕੇਸਵਾ, ਕਿ ਇਹ ਅਕਾਲ ਪੁਰਖ ਪਰਮਾਤਮਾ ਇਸ ਭਵ ਸਾਗਰ ਦੇ ਵਿੱਚੋਂ ਕੇਵਲ ਤਾਂ ਕੇਵਲ ਪਾਰ ਤੁਸੀਂ ਲੰਘਾ ਸਕਦੇ ਹੋ, ਸਾਨੂੰ ਹੋਰ ਸਾਨੂੰ ਕੋਈ ਪਾਰ ਨਹੀਂ ਲੰਘਾ ਸਕਦਾ, ਸਾਡੇ ਵਾਸਤੇ 'ਚ ਨਹੀਂ ਹੈਗਾ, ਤੁਸੀਂ ਸਾਨੂੰ ਪਾਰ ਲੰਘਾ ਸਕਦੇ ਹੋ। ਫਿਰ ਗੁਰੂ ਸਾਹਿਬ ਨੇ ਕਹਿਣ ਲੱਗੇ ਨਾਮਾ ਕਹੇ ਹੁਣ ਤਰ ਵੀ ਨਾ ਜਾਣੂ। ਤੇ ਪਰਮਾਤਮਾ ਮੈਨੂੰ ਤਾਂ ਤਰਨਾ ਨਹੀਂ ਆਉਂਦਾ, ਕਹਿੰਦਾ ਬਾਬ ਮੇਰੇ ਕੋਲ ਕੋਈ ਪਾਵਰ ਨਹੀਂ ਹੈ, ਮੈਨੂੰ ਕੁਛ ਵੀ ਨਹੀਂ ਆਉਂਦਾ, ਠੀਕ ਹੈ। ਤੇ ਫਿਰ ਕੀ ਕਹਿਣ ਲੱਗੇ, ਕਹਿੰਦੇ ਮੋਕੋ ਬਾਂਹ ਦੇ ਬੀਠਲਾ। ਕਿਹੜੀ ਬਾਂਹ ਦੇ? ਵਿਚਾਰ ਕਰਨਾ, ਕਿਹੜੀ ਬਾਂਹ? ਇਹ ਤਾਂ ਸਰੀਰ ਦੀ ਗੱਲ ਥੋੜ੍ਹੀ ਹੈ ਵੀ ਸਰੀਰ ਤੋਂ ਮੈਂ ਭਾਵ ਸਾਗਰ ਚੋਂ ਲੰਘ ਗਿਆ ਤਾਂ ਬਾਂਹ ਦੇ ਕੇ ਮੈਨੂੰ ਕੱਢ ਲਓ ਬਾਹਰ। ਅਤੇ ਬਾਂਹ ਦੇ ਦਾ ਮਤਲਬ ਕੀ ਹੈ
कि गुरु साहबान सानू समझाउण लगे बांह दे तो भाव है कि कोई इंसान नदी चों पार लंघना चाहुंदा सी। वो छोटा बच्चा सी, ਉਹਦੇ पिता जी ਜਿਹੜੇ ਸੀ ਉਹ ਵੱਡੇ ਸੀ। ਹੁਣ पिता जी ਨੂੰ ਕਹਿੰਦਾ पिता जी ਇੱਥੇ ਦਰਿਆ ਤੋਂ ਲੰਘਣਾ ਬੜਾ ਔਖਾ, ਇਹ ਤੇ ਬੜੀ ਮੁਸ਼ਕਿਲ ਹੈ। पिता जी ਕਹਿੰਦੇ ਪੁੱਤਰਾ ਚਿੰਤਾ ਨਾ ਕਰ, ਤੂੰ ਨਾ ਟੈਨਸ਼ਨ ਕਰ, ਠੀਕ ਹੈ, ਤੂੰ ਮੇਰੇ ਮੋਢਿਆਂ ਤੇ ਬਹਿ ਜਾ। ਕਹਿੰਦਾ ਜੀ ਫਿਰ ਕੀ ਕਰੂੰਗਾ? ਕਹਿੰਦੇ ਬਹਿ ਜਾ ਮੋਢਿਆਂ ਤੇ, ਪਰ ਮੇਰਾ ਨਾ ਸਿਰ ਫੜ ਕੇ ਰੱਖੀ, ਛੱਡੀ ਨਾ, ਤੇ ਆਪ ਨਾ ਤਰਨ ਦੀ ਕੋਸ਼ਿਸ਼ ਕਰੀ, ਠੀਕ ਆ। ਉਹ ਮੋਢਿਆਂ ਤੇ ਬਹਿ ਗਿਆ। ਹੁਣ ਪਿਤਾ ਜੀ ਦਾ ਰੋਜ਼ ਦਾ ਆਉਣਾ ਜਾਣਾ ਸੀਗਾ, ਉਹ ਲੰਘਣ ਲੱਗੇ ਵਿੱਚੋਂ, ਠੀਕ ਹੈ। ਉਹਨੂੰ ਬਾਰ-ਬਾਰ ਕਹਿੰਦੇ ਛੱਡੀ ਨਾ, ਸਿਰ ਨਾ ਛੱਡੀ, ਠੀਕ ਹੈ। ਉਹ ਵਿੱਚੋਂ ਦੀ ਲੰਘੇ, ਬੱਚੇ ਨੂੰ ਪਾਰ ਲੰਘਾਤਾ, ਠੀਕ ਹੈ। ਤੇ ਗੁਰੂ ਸਾਹਿਬਾਨ ਕਹਿਣ ਲੱਗੇ ਆਪਣੀ ਵੀ ਬਿਰਤੀ ਇੱਦਾਂ ਦੀ ਬਣਾਓ ਵੀ ਸਾਡੀ ਬਿਰਤੀ ਬੱਚੇ ਵਰਗੀ ਆ, ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਪਿਤਾ ਜੀ ਹੈ, ਇਹ ਸਾਡਾ ਬਾਪ ਆ। ਤੇ ਕੀ ਕਰੀਏ ਆਪਾਂ ਵੀ ਬਾਪ ਦੇ ਮੋਢਿਆਂ ਤੇ ਬਹਿ ਕੇ ਸਿਰ ਫੜ ਲਈਏ। ਕਹਿੰਦਾ ਭਾਵ ਅਸੀਂ ਆਪਣੀ ਸੁਰਤ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਫੜ ਲਈਏ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਫਾਈਨਲ ਹੈ, ਤੋਂ ਗਾਂ ਕੁਛ ਵੀ ਨਹੀਂ ਹੈਗਾ, ਸੱਚ ਜੇ ਤੋਂ ਗਾਂ ਹੈ ਹੀ ਕੁਛ ਨਹੀਂ, ਠੀਕ ਹੈ। ਜਦੋਂ ਤੁਹਾਡੀ ਬਿਰਤੀ ਇਹ ਬਣ ਜਾਵੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੋ ਆਪ ਜੀ ਕਹਿ ਰਹੇ ਹੋ, ਠੀਕ ਹੈ। ਤੇ ਗੁਰੂ ਗ੍ਰੰਥ ਸਾਹਿਬ ਸਿਰਫ ਇੱਕੋ ਗੱਲ ਕਹਿੰਦੇ ਆ, ਆਪ ਜੀ ਪੜ੍ਹ ਕੇ ਦੇਖੋ, ਉਹਨਾਂ ਨੇ ਇੱਕੋ ਗੱਲ ਕਹੀ ਹੈ। ਉਹਨਾਂ ਨੇ ਕਿਹਾ ਇਸ ਯੁੱਗ ਮੇਂ ਸੋਭਾ ਨਾਮ ਕੀ ਬਿਨ ਨਾਮੇ ਸੋ ਬਣਾਏ। ਕਹਿੰਦੇ ਕਲਯੁੱਗ ਦਾ ਸਮਾਂ ਇਹ 'ਚ ਨਾਮ ਦੀ ਵਡਿਆਈ ਹੈ। ਬਿਨਾਂ ਨਾਮ ਤੋਂ, ਬਿਨਾਂ ਸ਼ਬਦ ਤੋਂ ਤੁਹਾਨੂੰ ਦਰਗਾਹ 'ਚ ਕਿਸੇ ਟੀਮ ਨਹੀਂ ਮਾਰਨੀ, ਜਿੱਥੇ ਮਰਜ਼ੀ ਭੱਜ ਲਿਓ, ਠੀਕ ਹੈ। ਜੇ ਤੁਸੀਂ ਕਿਸੇ ਨੂੰ ਕਹੋ ਨਾ ਮੈਂ ਗੁਰੂ ਦੇ ਲੜ ਲੱਗਾ, ਮੈਂ ਗੁਰਬਾਣੀ ਪੜ੍ਹਦਾ, ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਪੜ੍ਹਦਿਆਂ ਜੇ ਸਾਡੀ ਸੁਰਤ ਸ਼ਬਦ ਨਾਲ ਨਹੀਂ ਜੁੜੀ ਨਾ, ਤੇ ਅਸੀਂ ਕੁਝ ਨਹੀਂ ਖੱਟਿਆ ਅਜੇ ਤੱਕ, ਕੁਝ ਨਹੀਂ ਖੱਟਿਆ, ਸਾਡੇ ਪੱਲੇ ਕੁਝ ਨਹੀਂ। ਜਦੋਂ ਸਾਡੀ ਸੁਰਤ ਸ਼ਬਦ 'ਤੇ ਸਵਾਰ ਹੋਏਗੀ ਨਾ, ਉਹ ਦਿਨ ਅਸੀਂ ਕੁਝ ਖੱਟਿਆ, ਉਹਨਾਂ 'ਚ ਅਸੀਂ ਖੱਟਿਆ ਨਹੀਂ। ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਕੇਵਲ ਤਾਂ ਕੇਵਲ ਨਾਮ ਨਾਲ ਜੋੜਦੇ ਆ, ਸ਼ਬਦ ਨਾਲ ਜੋੜਦੇ ਆ। ਆਪ ਜੀ ਕਿਤੋਂ ਪੜ੍ਹ ਕੇ ਦੇਖੋ, ਗੁਰੂ ਜੀ ਕੇਵਲ ਤਾਂ ਕੇਵਲ ਨਾਮ ਦੀ ਗੱਲ ਕਰਦੇ ਆ, ਠੀਕ ਹੈ। ਇਸ ਕਰਕੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆਪਾਂ ਸ਼ਬਦ ਦੀ ਸੋਝੀ ਲੈਂਦੇ ਹਾਂ, ਨਾਮ ਦੀ ਸੋਝੀ ਲੈਂਦੇ ਹਾਂ ਕਿ ਅਸੀਂ ਇਸ ਭਵ ਸਾਗਰ 'ਚੋਂ ਪਾਰ ਲੰਘਣਾ, ਅਤੇ ਉਸ ਨਾਮ ਦੇ ਸਵਾਰ ਕਿਵੇਂ ਹੋਣਾ, ਸ਼ਬਦ ਦੇ ਸਵਾਰ ਕਿਵੇਂ ਹੋਣਾ। ਜੇ ਨਹੀਂ ਸੋਝੀ ਲਈ ਤਾਂ ਸਾਡੀ ਗੱਲ ਨਹੀਂ ਬਣਨੀ। ਕਿਉਂ? ਕਿਉਂਕਿ ਗੁਰੂ ਜੀ ਬਾਣੀ 'ਚ ਲਿਖਦੇ ਆ, ਕਹਿੰਦੇ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਧਿਆਨ ਨਾਲ ਸੁਣਨਾ ਜਰਾ, ਕੀ ਮਤਲਬ ਇਹਦਾ। ਆਪਾਂ ਨੇ ਕਹਿ ਦਿੱਤਾ ਵੀ ਜੇ 100 ਚੰਦਰਮਾ ਚੜ੍ਹ ਜਾਣ, 1000 ਸੂਰਜ ਚੜ੍ਹ ਜਾਣ। ਗੁਰੂ ਪਿਆਰਿਓ ਇਹਨਾਂ ਚੰਦਰਮਾ ਸੂਰਜਾਂ ਦੀ ਗੱਲ ਨਹੀਂ ਹੈ। ਗੁਰੂ ਜੀ ਕਹਿਣ ਲੱਗੇ ਜੇ 100 ਚੰਦਾ ਉਗਵੇ, ਇੱਥੇ ਚੰਦ ਪਤਾ ਕਿਹਨੂੰ ਕਿਹਾ? ਪ੍ਰਤੀਕ ਮੰਨਿਆ ਚੰਦਰਮਾ ਨੂੰ। ਗੁਰੂ ਜੀ ਕਹਿਣ ਲੱਗੇ ਮਨਾ ਮਨੁੱਖ ਸੀ 'ਚ ਜ਼ਿੰਦਗੀ ਗੁਜ਼ਾਰਦਿਆਂ ਤੇਰੀ ਜ਼ਿੰਦਗੀ ਵਿੱਚ 100 ਬੰਦਾ ਇਹੋ ਜਿਹਾ ਆ ਜਾਵੇ ਜਿਹਦੇ ਅੰਦਰ ਚੰਦਰਮਾ ਵਾਂਗਣਾ ਮੱਧਮ ਦੀ ਲੋਹ ਹੋ ਗਈ ਹੋਵੇ, ਗੁਰੂ ਦੇ ਮਾਰਗ 'ਤੇ ਤੁਰ ਪਿਆ ਹੋਵੇ, ਐਸਾ ਬੰਦਾ ਤੈਨੂੰ ਜ਼ਿੰਦਗੀ 'ਚ 100 ਮਿਲ ਪਵੇ। ਸੂਰਜ ਚੜ੍ਹੇ 1000, ਕਹਿੰਦੇ 1000 ਸੰਤ ਮਹਾਂਪੁਰਖ ਤੈਨੂੰ ਮਿਲ ਪਣ ਜਿਨ੍ਹਾਂ ਅੰਦਰ ਸੂਰਜ ਦੀ ਨਹੀਂ ਬ੍ਰਹਮ ਗਿਆਨ ਦਾ ਪੂਰਨ ਪ੍ਰਕਾਸ਼ ਹੋਵੇ। ਕਹਿੰਦੇ ਇੱਥੇ ਚਾਨਣ ਹੁੰਦਿਆਂ, ਕਹਿੰਦੇ ਇੰਨਾ ਗਿਆਨ ਦਾ ਚਾਨਣ ਤੇਰੀ ਜ਼ਿੰਦਗੀ 'ਚ ਆ ਜਾਵੇ, ਪਰ ਗੁਰ ਬਿਨ ਘੋਰ ਅੰਧਾਰ। ਗੁਰੂ ਨਹੀਂ ਲਿਖਿਆ, ਇੱਥੇ ਗੁਰ ਲਿਖਿਆ, ਠੀਕ ਹੈ। ਇੱਥੇ ਗੁਰ ਲਿਖਿਆ। ਕਿਉਂ ਲਿਖਿਆ ਗੁਰ? ਕਿ ਜੇ ਤੂੰ ਇੰਨਾ ਗਿਆਨ ਲੈ ਕੇ ਵੀ ਤੇਰੀ ਬਿਰਤੀ ਗੁਰ ਨਾਲ ਨਹੀਂ ਜੁੜਦੀ, ਸ਼ਬਦ ਨਾਲ ਨਹੀਂ ਜੁੜਦੀ, ਨਾਮ ਨਾਲ ਨਹੀਂ ਜੁੜਦੀ, ਕਹਿੰਦਾ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੀ ਰਹੇਗਾ, ਜੇ ਤੇਰੀ ਬਿਰਤੀ ਸ਼ਬਦ ਨਾਲ ਨਹੀਂ ਜੁੜਦੀ। ਹੁਣ ਆਪ ਜੀ ਨੇ ਕਹਿਣਾ ਵੀ ਇੱਥੇ ਗੁਰ ਅੱਖਰ ਆਇਆ, ਇੱਥੇ ਗੁਰੂ ਜੀ ਨਹੀਂ। ਆਪ ਜੀ ਬਾਣੀ 'ਚੋਂ ਪੜ੍ਹਨਾ, ਗੁਰ ਅਤੇ ਗੁਰੂ 'ਚ ਫਰਕ ਹੈ। 1401 ਅੰਗ ਦੇ ਉੱਤੇ ਪੜ੍ਹਨਾ ਜਰਾ। ਆਪ ਜੀ ਨੇ ਗੁਰਬਾਣੀ 'ਚ ਲਿਖਿਆ ਗੁਰ ਜਹਾਜ਼ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ। ਕਿਉਂ? ਆਪਾਂ ਜਦੋਂ ਗੁਰੂ ਦੇ ਲੜ ਲੱਗਦੇ ਸਾਡਾ ਨਾਂ ਗੁਰ ਸਿੱਖਿਆ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਕੀ ਸਿੱਖਣ ਆਏ ਹਾਂ? ਗੁਰ ਸਿੱਖਣ ਆਏ ਹਾਂ, ਜੁਗਤੀ ਸਿੱਖਣ ਆਏ ਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ 'ਤੇ ਕਿਰਪਾ ਕਰੋ, ਸਾਨੂੰ ਗੁਰ ਦਿਓ, ਸਾਨੂੰ ਗੁਰ ਦੇ ਨਾਲ ਜੁੜਨਾ ਸਿਖਾਓ, ਸਾਨੂੰ ਸਿੱਖਿਆ ਦਿਓ। ਤਾਂ ਗੁਰੂ ਸਾਹਿਬਾਨ ਨੇ ਕਹਿਣ ਲੱਗੇ ਗੁਰ ਜਹਾਜ਼। ਕਹਿੰਦੇ ਜਿਹੜਾ ਗੁਰੂ ਕੋਲੋਂ ਗੁਰ ਲੈਂਦੇ ਆ ਨਾ, ਉਹ ਜਹਾਜ਼ ਆ, ਸਾਡੀ ਸੁਰਤ ਉੱਤੇ ਸਵਾਰ ਹੋਣਾ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕੌਣ ਆ? ਖੇਵਟ ਗੁਰੂ। ਖੇਵਟ ਕਿਹਨੂੰ ਕਹਿੰਦੇ? ਚਲਾਉਣ ਦੀ ਸਿੱਖਿਆ ਦੇਣ ਵਾਲਾ। ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿਖਾਉਂਦੇ ਆ ਕਿ ਅਸੀਂ ਉਸ ਸ਼ਬਦ ਰੂਪੀ ਜਹਾਜ਼ 'ਤੇ ਸਵਾਰ ਕਿਵੇਂ ਹੋਣਾ, ਠੀਕ ਹੈ। ਅਤੇ ਗੁਰ ਬਿਨ ਤਰਿਆ ਨਾ ਕੋਏ, ਕਹਿੰਦੇ ਬਿਨਾਂ ਸ਼ਬਦ ਤੋਂ, ਬਿਨਾਂ ਨਾਮ ਤੋਂ ਭਵ ਸਾਗਰ 'ਚੋਂ ਪਾਰ ਕੋਈ ਨਹੀਂ ਲੰਘ ਸਕਦਾ। ਜਿਉਂ ਕਲਯੁੱਗ ਦਾ ਸਮਾਂ ਹੈ, ਕੱਲ ਕੇਵਲ ਨਾਮ ਆਧਾਰ। ਕੇਵਲ ਤਾਂ ਕੇਵਲ ਨਾਮ ਦਾ ਆਸਰਾ ਹੈ, ਸ਼ਬਦ ਦਾ ਆਸਰਾ ਹੈ। ਬਿਨਾਂ ਸ਼ਬਦ ਤੋਂ ਕੁਛ ਵੀ ਗੱਲ ਨਹੀਂ ਬਣਨੀ ਸਾਡੀ। ਜੇ ਅਸੀਂ ਨਾਮ ਸਿਮਰਨ ਨਹੀਂ ਕਰਦੇ, ਜੇ ਅਸੀਂ ਸ਼ਬਦ ਨਾਲ ਨਹੀਂ ਜੁੜਦੇ, ਜੇ ਅਸੀਂ ਵਾਹਿਗੁਰੂ ਸ਼ਬਦ ਦੀ ਆਰਾਧਨਾ ਨਹੀਂ ਕਰਦੇ, ਅਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਸਾਡੀ ਜ਼ਿੰਦਗੀ ਅਧੂਰੀ ਰਹਿ ਜਾਣੀ। ਇਸ ਕਰਕੇ ਸਾਡਾ ਫਰਜ਼ ਕੀ ਬਣਦਾ
ਵੀ ਅਸੀਂ ਗੁਰਬਾਣੀ ਨੂੰ ਪਿਆਰ ਨਾਲ ਪੜ੍ਹਦਿਆਂ ਹੋਇਆਂ ਗੁਰਬਾਣੀ ਤੋਂ ਸੋਝੀ ਲੈਣੀ ਹੈ ਕਿ ਜਦੋਂ ਅਸੀਂ ਸ਼ਬਦ ਨਾਲ ਜੁੜਦਾ ਸਾਡੀ ਬਿਰਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਸਾਡੀ ਆਤਮਿਕ ਅਵਸਥਾ ਕਿੱਦਾਂ ਦੀ ਹੋਣੀ ਚਾਹੀਦੀ, ਤਾਂ ਕਿ ਅਸੀਂ ਸ਼ਬਦ 'ਤੇ ਸਵਾਰ ਹੋ ਸਕੀਏ। ਕਿਉਂਕਿ ਸ਼ਬਦ 'ਤੇ ਸਵਾਰ ਹੋਣ ਲਈ ਜੇ ਅਸੀਂ ਮਨ ਦੇ ਨਾਲ ਝੂਠੀਆਂ ਭਾਵਨਾਵਾਂ ਤ੍ਰਿਸ਼ਨਾ ਰੱਖਾਂਗੇ ਨਾ, ਤਾਂ ਸ਼ਬਦ ਨਾਲ ਨਹੀਂ ਜੁੜ ਸਕਦੇ, ਨਾਮ ਨਾਲ ਨਹੀਂ ਜੁੜ ਸਕਦੇ। ਨਾਮ ਨਾਲ ਜੁੜਨ ਲਈ ਸਾਨੂੰ ਆਪਣੇ ਜਿੰਨੇ ਵਲਵਲੇ ਆ, ਜਿੰਨੇ ਮਨ ਦੀਆਂ ਤ੍ਰਿਸ਼ਨਾਵਾਂ ਨੇ, ਭਾਵਨਾ ਨੇ, ਝੂਠੀਆਂ ਮੰਗਾਂ ਨੇ, ਉਹਨਾਂ ਨੂੰ ਪਰਾਂ ਕਰਨਾ ਪੈਣਾ। ਅਤੇ ਪਰਾਂ ਤਾਂ ਹੀ ਹੋ ਸਕਦੀਆਂ ਜੇ ਅਸੀਂ ਗੁਰਬਾਣੀ ਦੀ ਵਿਚਾਰ ਕਰਾਂਗੇ, ਗੁਰਬਾਣੀ ਨੂੰ ਪੜ੍ਹ ਕੇ ਨਾ, ਅਤੇ ਗੁਰਬਾਣੀ ਨੂੰ ਸਮਝਾਂਗੇ ਗੁਰਬਾਣੀ ਕਹਿ ਕੀ ਰਹੀ ਹੈ। ਠੀਕ ਹੈ, ਹੁਣ ਆਪਾਂ ਪੜ੍ਹ ਤੇ ਲਈ, ਪਰ ਗੁਰੂ ਸਾਹਿਬਾਨ ਨੇ ਕਿਹਾ ਗਿਆਨ ਵੀ ਹੋਣਾ ਗਾਵੇ ਗੀਤ ਭੁੱਖੇ ਮੁੱਲਾ ਘਰੇ ਮਸੀਤ। ਕਹਿੰਦੇ ਗਿਆਨ ਤੋਂ ਸਖਣਾ ਗੀਤ ਸਮਝ ਕੇ ਗਾ ਲਿਆ ਜੀ, ਨਹੀਂ, ਭੁੱਖੇ ਮੁੱਲਾ ਘਰੇ ਮਸੀਤ। ਹੁਣ ਧਿਆਨ ਨਾਲ, ਮੁੱਲਾ ਕਿਹਨੂੰ ਕਿਹਾ? ਮੁਸਲਮਾਨ ਦੀ ਗੱਲ ਨਹੀਂ ਕੀਤੀ ਪਾਤਸ਼ਾਹ ਨੇ। ਹੁਣ ਕਿਹਾ ਭੁੱਖੇ ਮੁੱਲਾ ਘਰੇ ਮਸੀਤ, ਮੁੱਲਾ ਮਨ ਨੂੰ ਕਿਹਾ, ਅਤੇ ਮਸੀਤ ਕਿਹਨੂੰ ਕਿਹਾ? ਦਸਮ ਦੁਆਰ ਨੂੰ। ਠੀਕ ਹੈ, ਜਿੱਥੇ ਜਾ ਕੇ ਪਰਮਾਤਮਾ 'ਚ ਲੀਨ ਹੋਣਾ ਹੈ, ਉਹਦਾ ਨਾਮ ਮਸੀਤ ਰੱਖਿਆ ਗੁਰੂ ਸਾਹਿਬ। ਭੁੱਖੇ ਮੁੱਲਾ ਘਰੇ ਮਸੀਤ, ਕਹਿੰਦੇ ਇਹ ਮਨ ਰੂਪੀ ਮੁੱਲਾ ਭੁੱਖਾ ਹੈ ਕਾਹਤੋਂ? ਨਾਮ ਦੀ ਖੁਰਾਕ ਤੋਂ, ਸ਼ਬਦ ਦੀ ਖੁਰਾਕ ਤੋਂ। ਇਹਦੇ ਘਰ ਦੇ ਅੰਦਰ ਹੀ, ਕਹਿੰਦਾ ਪਵ ਸਰੀਰ ਦੇ ਅੰਦਰ ਹੀ ਉਹ ਜਗ੍ਹਾ ਹੈ ਜਿੱਥੇ ਜਾ ਕੇ ਪਰਮਾਤਮਾ ਨੂੰ ਮਿਲਣਾ ਹੈ, ਉਹ 'ਚ ਲੀਨ ਹੋਣਾ ਹੈ। ਦਸਮ ਦੁਆਰ ਸਾਡੇ ਅੰਦਰ ਹੀ ਹੈ। ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਇੱਥੋਂ ਤੱਕ ਪਹੁੰਚਣ ਲਈ ਤੇ ਤਾਂ ਹੀ ਪਹੁੰਚਾਂਗੇ ਨਾ ਜੇ ਸਾਡੀ ਆਤਮਿਕ ਬਿਰਤੀ ਇੱਦਾਂ ਦੀ ਬਣੂਗੀ, ਜੇ ਸਾਡੇ ਅੰਦਰ ਦੀ ਅਵਸਥਾ ਤਬਦੀਲ ਹੋਊਗੀ, ਜੇ ਸਾਡੇ ਅੰਦਰ ਇੱਦਾਂ ਦਾ ਕੋਈ ਮਾਹੌਲ ਬਣੂਗਾ। ਅਤੇ ਮਾਹੌਲ ਤਾਂ ਬਣਨਾ ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਾਂਗੇ, ਜਦੋਂ ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਜੀਵਾਂਗੇ। ਜਿੱਦਾਂ ਦਾ ਗੁਰੂ ਸਾਹਿਬਾਨ ਸਾਨੂੰ ਕਹਿੰਦੇ ਨੇ ਉੱਦਾਂ ਦਾ ਜ਼ਿੰਦਗੀ ਆਪਾਂ ਬਣਾਵਾਂਗੇ, ਆਪਣਾ ਮਾਹੌਲ ਬਣਾਵਾਂਗੇ, ਆਪਣੇ ਅੰਦਰ ਦੀ ਖੇਡ ਖੇਡਾਂਗੇ, ਤਾਂ ਗੱਲ ਬਣਨੀ। ਅਤੇ ਜੇ ਆਪਾਂ ਗੁਰਬਾਣੀ ਪੜ੍ਹੀ ਅਤੇ ਮਨ ਵਿੱਚ ਸਾਡੇ ਇਹੀ ਰਿਹਾ ਵੀ ਨਹੀਂ ਯਾਰ ਫਲਾਣਾ ਕੰਮ ਨਹੀਂ ਬਣਿਆ, ਢਮਕਾਣਾ ਕੰਮ ਨਹੀਂ ਬਣਿਆ, ਫਲਾਣੀ ਚੀਜ਼ ਨਹੀਂ ਮਿਲੀ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਇਹਨਾਂ ਚੀਜ਼ਾਂ ਤੋਂ ਪਰਾਂ ਹੋ ਕੇ, ਝੂਠੀਆਂ ਮੰਗਾਂ ਤੋਂ, ਸੰਸਾਰ ਦੀਆਂ ਤੱਤਾਂ ਤੋਂ ਪਰਾਂ ਹੋ ਕੇ ਸਾਨੂੰ ਗੁਰਬਾਣੀ ਨਾਲ ਜੁੜਨਾ ਪੈਣਾ। ਔਰ ਗੁਰਬਾਣੀ ਨੂੰ ਬੜੇ ਪਿਆਰ ਦੇ ਨਾਲ ਸਾਨੂੰ ਪੜ੍ਹਨਾ ਪੈਣਾ ਹੈ, ਔਰ ਪੜ੍ਹ ਕੇ ਗੁਰਬਾਣੀ ਨੂੰ ਸਮਝਣਾ ਪੈਣਾ ਵੀ ਗੁਰਬਾਣੀ ਸਾਨੂੰ ਕਹਿ ਕੀ ਰਹੀ ਹੈ, ਗੁਰਬਾਣੀ ਸਾਨੂੰ ਜੋੜਦੀ ਕਿਹਦੇ ਨਾਲ ਆ, ਗੁਰਬਾਣੀ ਸਾਨੂੰ ਕਿਸ ਪਾਸੇ ਲਿਜਾ ਰਹੀ ਹੈ, ਤਾਂ ਗੱਲ ਬਣਨੀ ਹੈ ਨਾ। ਅਤੇ ਜੇ ਹੁਣ ਆਪਾਂ ਇੱਦਾਂ ਕਰ ਲਿਆ ਵੀ ਠੀਕ ਹੈ ਬਈ ਆਪਾਂ ਪਾਠ ਕਰ ਲਿਆ, ਕੰਮ ਨਿਬੜ ਗਿਆ, ਕੰਮ ਨਿਬੜਿਆ ਨਹੀਂ। ਬਾਣੀ 'ਚ ਲਿਖਿਆ ਪੜ੍ਹੇ ਸੁਣਿਆ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਦੇ ਲਈ ਪਰ ਮੰਨਿਆ ਨਹੀਂ ਕਹਿਣਾ, ਜੇ ਮੰਨਿਆ ਨਹੀਂ ਤਾਂ ਗੱਲ ਨਹੀਂ ਬਣਨੀ। ਇਹਦਾ ਮਤਲਬ ਕਿ ਗੁਰਬਾਣੀ ਪੜ੍ਹੀਏ, ਫਿਰ ਗੁਰਬਾਣੀ ਦੀ ਵਿਚਾਰ ਕਰੀਏ, ਫਿਰ ਜੋ ਗੁਰਬਾਣੀ ਕਹਿੰਦੀ ਹੈ ਉਹ ਕਰੀਏ। ਠੀਕ ਹੈ, ਅਤੇ ਤਾਂ ਫਿਰ ਸਾਡੇ ਅੰਦਰ ਦੀ ਜਿਹੜੀ ਮਨ ਦੀ ਮੈਲ ਆ, ਜਿਹੜੀ ਜਨਮਾਂ ਜਨਮਾਂ ਦੀ ਚੜ੍ਹੀ ਹੋਈ ਹੈ, ਉਹ ਫਿਰ ਮੈਲ ਧੁੱਪਣੀ ਹੈ। ਜਦੋਂ ਮੈਲ ਧੁੱਪ ਹੋਊਗੀ ਫਿਰ ਸਾਨੂੰ ਆਪਣੇ ਆਪ ਦੀ ਪਹਿਚਾਣ ਹੋਊਗੀ ਵੀ ਅਸੀਂ ਕੌਣ ਆ, ਅਸੀਂ ਕਿੱਥੋਂ ਆਏ ਹਾਂ, ਸਾਡਾ ਰੂਪ ਕੀ ਹੈ ਨਾ। ਉਹਨਾਂ ਚਿਰ ਨਹੀਂ ਸਾਨੂੰ ਪਤਾ ਲੱਗਣਾ। ਇਸ ਅਵਸਥਾ ਤੱਕ ਪਹੁੰਚਣ ਲਈ, ਇਸ ਜਗ੍ਹਾ ਤੱਕ ਜਾਣ ਲਈ, ਇਸ ਤੱਕ ਜਾਣ ਲਈ ਸਾਨੂੰ ਗੁਰੂ ਦਾ ਪੱਲਾ ਫੜਨਾ ਪਏਗਾ, ਔਰ ਗੁਰਬਾਣੀ ਨੂੰ ਬੜੇ ਹੀ ਲਹਿਜੇ ਦੇ ਨਾਲ, ਪਿਆਰ ਦੇ ਨਾਲ ਪੜ੍ਹਨਾ ਪਏਗਾ। ਜਿੱਥੇ ਆਪਾਂ ਗਿਣਤੀਆਂ ਮਿੰਤੀਆਂ ਚੱਕਰ 'ਚ ਪੈ ਗਏ, ਉੱਥੇ ਲਿਖਿਆ ਗੰਤੇ ਸੇਵ ਨਾ ਹੋਵਈ ਕੀਤਾ ਥਾਏ ਨਾ ਪਾਏ। ਕਹਿੰਦੇ ਗਿਣਤੀਆਂ ਦੀ ਲੋੜ ਨਹੀਂ ਹੈ, ਤੂੰ ਸਵੇਰੇ ਉੱਠ, ਬਾਣੀ ਪੜ੍ਹ, ਫਿਰ ਉਹਦੀ ਵਿਚਾਰ ਕਰ, ਅਤੇ ਫਿਰ ਕੀ ਕਰ, ਜੋ ਗੁਰਬਾਣੀ ਕਹਿੰਦੀ ਹੈ ਉਹ ਕਰ। ਠੀਕ ਹੈ, ਅਤੇ ਜੇ ਆਪਾਂ ਨਹੀਂ ਕੀਤਾ ਫਿਰ ਆਪਾਂ ਪੜ੍ਹਿਆ ਕੀ ਹੈ, ਪੜ੍ਹਿਆ ਕੀ ਹੈ। ਵੱਡੀ ਗੱਲ ਤਾਂ ਉਦੋਂ ਬਣਨੀ ਹੈ ਕਿ ਜੋ ਅਸੀਂ ਪੜ੍ਹਿਆ ਹੈ ਉਹ ਅਸੀਂ ਕਰਨਾ ਵੀ ਹੈ, ਜਿਹਦੇ ਬਾਰੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੇ ਹਾਂ, ਜਿਹਦੀ ਸਿੱਖਿਆ ਲਈ ਹੈ, ਉਹ ਕੰਮ ਕਰਾਂਗੇ ਵੀ ਅਤੇ ਤਾਂ ਹੀ ਕਿਤੇ ਪਹੁੰਚਾਂਗੇ ਨਾ। ਅਤੇ ਜੇ ਆਪਾਂ ਉਹ ਕਰਾਂਗੇ ਨਹੀਂ ਤਾਂ ਫਿਰ ਆਪਾਂ ਪਹੁੰਚਾਂਗੇ ਕਿਤੇ। ਸੋ ਇਸ ਕਰਕੇ ਕੀ ਹੈ, ਤੁਹਾਡਿਆਂ ਚਰਨਾਂ 'ਚ ਬੇਨਤੀ ਹੈ ਵੀ ਗੁਰਬਾਣੀ ਨੂੰ ਬੜੇ ਪਿਆਰ ਨਾਲ ਪੜ੍ਹੋ, ਬੜੇ ਪਿਆਰ ਨਾਲ। ਠੀਕ ਹੈ, ਪਿਆਰ ਨਾਲ ਪੜ੍ਹ ਕੇ ਅਤੇ ਔਰ ਗੁਰਬਾਣੀ ਦੀ ਵਿਚਾਰ ਕਰਕੇ, ਅਤੇ ਵਿਚਾਰ ਕਰਦਿਆਂ ਫਿਰ ਜੋ ਗੁਰਬਾਣੀ ਕਹਿੰਦੀ ਹੈ ਉਹ ਕਰੋ। ਉਹ ਹੈ ਸੁੱਤ ਸ਼ਬਦ ਦਾ ਮਿਲਾਪ ਕਰਨਾ, ਨਾਮ ਨਾਲ ਜੁੜਨਾ। ਠੀਕ ਹੈ, ਜੇ ਆਪਾਂ ਵਾਹਿਗੁਰੂ ਸ਼ਬਦ ਦੀ ਆਰਾਧਨਾ ਨਹੀਂ ਕਰਾਂਗੇ ਫਿਰ ਸਾਡੀ ਜ਼ਿੰਦਗੀ ਅਧੂਰੀ ਰਹਿ ਜਾਏਗੀ। ਸੋ ਤੁਹਾਡਿਆਂ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਗੁਰੂ ਵਾਲੇ ਬਣੋ, ਗੁਰਬਾਣੀ ਨੂੰ ਪੜ੍ਹੋ, ਔਰ ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ ਜੋ ਗੁਰਬਾਣੀ ਕਹਿੰਦੀ ਹੈ ਕਰੋ, ਵਾਹਿਗੁਰੂ ਦਾ ਸਿਮਰਨ ਕਰੋ, ਮਾਲਿਕ ਚੜ੍ਹਦੀਆਂ ਕਲਾ ਕਰੇ। ਸਮਾਂ ਹੋ ਗਿਆ, ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।